ਪੰਜਾਬ ਯੂਨੀਵਰਸਿਟੀ ਕਿਤੇ ਮਿਆਰ ਦੇ ਪੱਧਰ ਤੇ ਇੱਕ ਨੰਬਰ ਤੇ ਰਹਿੰਦੀ ਹੁੰਦੀ ਹੈ, ਅੱਜ ਵਿਵਾਦ ਦੇ ਪੱਧਰ ਤੇ ਇੱਕ ਨੰਬਰ ਤੇ ਆ ਗਈ ਹੈ। ਕੀ ਵਜ੍ਹਾ? ਠੀਕ ਹੈ, ਲੇਕਿਨ ਜਦੋਂ ਹਰ ਇੱਕ ਇੰਸਟੀਟਿਊਸ਼ਨ ਦੇ ਵਿੱਚ ਲਗਾਤਾਰ ਲਿਬਰੇਟ ਸਾਹਿਬ ਇੱਦਾਂ ਕਹੀਏ ਕਿ ਰਾਜਨੀਤਿਕ ਦਖਲ ਵੱਧਦਾ ਜਾਂਦਾ ਤੇ ਫਿਰ ਟੀਚਰ ਵੀ ਨਹੀਂ ਬਚਦੇ। तो सारा कुछ करके मेरी इंटरव्यू होंगी है, मैनू बधाई दी जाती है। मतलब कि एक बंदा उठ के मैनू मिलता, लो जी एसोसीएट प्रोफैसर बन के वीसी साहब मैनू खुद बधाई देंगे ने जी। तो मुड़ के मैं घरे आके पार्टी भी कर लेना, 3500 रुपया भी खर्च देना। अच्छा जी। तो फिर मैं उड़ीकदा भी अज मैनू चिट्ठी आती, अज मैनू कैप्टन वाली गल हुई, सरकार बनी नहीं, पार्टी ते नहीं। पर जो मैंने बधाई देखे तोहरिया अंदरों तो मैं तो मान लिया ना कि हाँ ठीक है, जो वीसी साहब ने तुहानू बधाई दी नहीं। हाँ, बाकी तो सारे प्रोसीडिंग तो साइन करते हैं मेरे सामने हो रहे, मैंने पता मैं मेरा काम ही इन्ना से मैंने पता मैं रोक। हाँ जी हाँ। तो बस फिर 3 साल बीत गए, चिट्ठी आई थी कि नहीं। यही इशू है लिबरेट साहब, 3 साल तो मैनू जवाब ही नहीं दिता गया कि मेरी प्रॉब्लम की है। मैं उस दिन जाके वाइस चांसलर साहब को चिट्ठी लिखी। मैं चांसलर साहब को चिट्ठी लिखी कि सारे इतने तुहाडे जिहड़े बंदे हैगे वो मैनू टारगेट कर रहे हैं मेरे सांस्कृतिक कारणों करके और धार्मिक कारणों करके और राजनीतिक कारणों करके, क्योंकि वो बीजेपी दे और असीं ओपनली जिहड़े हैगे किसान अंदोलन दे नाल खड़े हैं। तो असीं मैनू ऐ लगदा मैनू टारगेट कीता जी। फिर तुहानूं कहना सर मिडल क्लास जिहड़ी साडी कम्युनिटी है ना बहुत डरपोक हुंदी है, निक्के निक्के लालच दे उपर वो मतलब कि इग्नोर कर दिंदे। उल्टा मैनूं भी समझाउंदे ने कोई नहीं, नौकरी ऐ नहीं करीदी हुंदी, डर के करीदी हुंदी है, नौकरी की ते नखरा की। मैनूं इहो जी सलाह दिंदे। तो साडे कुछ सीनियर टीचर साथी ने ਜਿਹੜੇ मतलब कि उन्होंने मैं लगता है कि बीजेपी RSS बहुत ताकत ਦੇ ਵਿੱਚ ਹੈ, ਤੁਸੀਂ ਇਹਨਾਂ ਦੀ ਚਮਚੀ ਮਾਰੋ ਤੇ ਪੰਜਾਬ ਦੀ ਕਿਸੇ ਹੋਰ ਯੂਨੀਵਰਸਿਟੀ ਦੀ ਵਾਈਸ ਚਾਂਸਲਰਸ਼ਿਪ ਕੁੱਟ ਲਓ। ਵਾਈਸ ਚਾਂਸਲਰ ਹਮੇਸ਼ਾ ਐਂ ਹੀ ਲੱਗਦੇ ਆ। ਮੈਂ ਇੱਕ ਯੂਨੀਵਰਸਿਟੀ ਦੀ ਗੱਲ ਨਹੀਂ ਕਰਦਾ, ਤੁਹਾਨੂੰ ਕਿਸੇ ਪੋਲੀਟੀਕਲ ਪਾਰਟੀ ਦੇ ਥੱਲੇ ਜਾ ਕੇ ਪੂਛ ਹਿਲਾਉਣੀ ਪੈਂਦੀ ਹੈ ਤੇ ਤੁਹਾਨੂੰ ਵਾਈਸ ਚਾਂਸਲਰ ਜੇ ਤੁਸੀਂ ਡਿਜ਼ਰਵ ਨਹੀਂ ਕਰਦੇ, ਡਿਜ਼ਰਵਿੰਗ ਬੰਦਾ ਤਾਂ ਕਦੇ ਜਾ ਕੇ ਅਪਲਾਈ ਵੀ ਨਹੀਂ ਕਰਦਾ। ਸਕਾਈ ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਮੈਂ ਹਾਂ ਤੁਹਾਡੇ ਨਾਲ RS ਲਿਬਰੇਟ। ਪੰਜਾਬ ਯੂਨੀਵਰਸਿਟੀ ਪਿਛਲੇ 8 ਮਹੀਨਿਆਂ ਤੋਂ ਲਗਾਤਾਰ ਵਿਵਾਦਾਂ ਚੱਲ ਰਹੀ ਹੈ, ਚਾਹੇ ਉਹ ਵਿਵਾਦ ਸੈਨੇਟ ਦੀ ਚੋਣ ਦਾ ਹੋਵੇ, ਚਾਹੇ ਉਹ ਚਾਂਸਲਰ ਦੀ ਰਿਪੋਰਟ ਦਾ ਹੋਵੇ। ਪਰ ਉੱਥੇ ਇੱਕ ਬਹੁਤ ਵੱਡਾ ਵਿਵਾਦ ਹੋਰ ਵੀ ਨਿਕਲ ਕੇ ਸਾਹਮਣੇ ਆਇਆ, ਇਹਨਾਂ ਵਿਵਾਦਾਂ ਤੋਂ ਉੱਪਰ ਕੇ ਸਾਹਮਣੇ ਆਇਆ ਮਤਭੇਦ ਦਾ, ਪੰਜਾਬੀਆਂ ਦਾ, ਗੈਰ ਹਿੰਦੂ ਦਾ, ਹਿੰਦੂਆਂ ਦਾ। ਇੱਕ ਇਸ ਤਰ੍ਹਾਂ ਪੰਜਾਬ ਯੂਨੀਵਰਸਿਟੀ 'ਤੇ ਦੋਸ਼ ਵੀ ਲੱਗ ਰਹੇ ਨੇ ਕਿ ਕੇਂਦਰ ਸਰਕਾਰ ਕੋਈ ਇੱਥੇ ਏਜੰਡਾ ਚਲਾ ਰਹੀ ਹੈ, ਜਿਸ ਕਰਕੇ ਇਹਨਾਂ ਦੋਸ਼ਾਂ ਨੂੰ ਸਾਹਮਣਾ ਕਰਦੇ ਹੋਏ ਅੱਜ ਵੀ ਗੇਟ ਨੰਬਰ 2 ਤੇ ਇੱਕ ਮੁਜ਼ਾਹਰਾ ਹੋ ਰਿਹਾ ਸੀਗਾ। SGPC ਤੱਕ ਦੀ ਆਪਣੀ ਆਮਦ ਹੋ ਗਈ ਹੈ। ਇਹਨਾਂ ਹੀ ਮੁੱਦਿਆਂ ਨੂੰ ਲੈ ਕੇ ਅਸੀਂ ਦੇਖਾਂਗੇ ਕਿ ਇਹ ਕਿਵੇਂ ਹੋ ਰਹੇ ਨੇ, ਕਿਉਂ ਹੋ ਰਹੇ ਨੇ। ਜਿਹੜੇ ਵਿੱਚ ਉੱਥੇ ਵਿਚਰ ਰਹੇ ਨੇ ਸਰਦਾਰ ਪਾਲੀ ਭੁਪਿੰਦਰ ਸਿੰਘ ਜੀ, ਉਹ ਸਾਡੇ ਨਾਲ ਨੇ, ਉੱਘੇ ਨਾਟਕਕਾਰ ਨੇ, ਫਿਲਮ ਮੇਕਰ ਨੇ, ਅਤੇ ਉਹ ਬਾਕੀ ਗੱਲਾਂ ਆਪਾਂ ਦਰਸ਼ਕਾਂ ਵਿੱਚ ਵਕਫਾ ਨਾ ਬਣਦੇ ਹੋਏ ਉਹਨਾਂ ਨਾਲ ਸਿੱਧੀ ਗੱਲ ਸ਼ੁਰੂ ਕਰਦੇ ਹਾਂ। ਪਾਲੀ ਭੁਪਿੰਦਰ ਸਿੰਘ ਜੀ, ਸਕਾਈ ਨਿਊਜ਼ ਪੰਜਾਬ 'ਤੇ ਤੁਹਾਡਾ ਸਵਾਗਤ ਹੈ। ਬਹੁਤ ਬਹੁਤ ਸ਼ੁਕਰੀਆ ਲਿਬਰੇਟ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਪੰਜਾਬ ਯੂਨੀਵਰਸਿਟੀ ਕਿਤੇ ਮਿਆਰ ਦੇ ਪੱਧਰ ਤੇ ਇੱਕ ਨੰਬਰ ਤੇ ਰਹਿੰਦੀ ਹੁੰਦੀ ਹੈ, ਅੱਜ ਵਿਵਾਦ ਦੇ ਪੱਧਰ ਤੇ ਇੱਕ ਨੰਬਰ ਤੇ ਆ ਗਈ ਹੈ। ਕੀ ਵਜ੍ਹਾ? ਜਦੋਂ ਰਾਜਨੀਤੀ ਐਜੂਕੇਸ਼ਨ 'ਚ ਵੜ ਜਾਂਦੀ ਹੈ ਜੀ ਤਾਂ ਐਜੂਕੇਸ਼ਨ ਦਾ ਪੱਧਰ ਡਿੱਗਦਾ ਜੀ। ਸ਼ਾਇਦ ਬਣਾਉਣ ਵਾਲਿਆਂ ਨੇ ਇਹੀ ਸੋਚ ਕੇ ਪੰਜਾਬ ਯੂਨੀਵਰਸਿਟੀ ਨੂੰ ਇੱਕ ਬੜਾ ਵਧੀਆ ਸੈਨੇਟ ਸਿਸਟਮ ਦਿੱਤਾ ਸੀ ਜੀ, ਤਾਂ ਕਿ ਇਹ ਘੱਟੋ ਘੱਟ ਸਰਕਾਰਾਂ ਦੇ ਤੇ ਪੋਲੀਟੀਕਲ ਪਾਰਟੀਆਂ ਦੇ ਪ੍ਰੈਸ਼ਰ ਤੋਂ ਦੂਰ ਰਹੇ। ਪਰ ਹੁਣ ਕਬਜ਼ੇ ਦਾ ਜਦੋਂ ਚੱਲਦਾ ਪਿਆ ਕਿ ਦੇਸ਼ ਦੇ ਵਿੱਚ ਇੱਕ ਕਿੱਟ 'ਤੇ ਕਬਜ਼ਾ ਕਰ ਲੈਣਾ, ਤਾਂ ਫਿਰ ਉੱਥੇ ਲਿਬਰੇਟ ਸਾਹਿਬ ਆਹ ਚੀਜ਼ ਵੀ ਆ ਜਾਂਦੀ ਹੈ। ਹੁਣ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੋਲੀਟਿਕਸ ਦਾ ਦਖਲ ਬਹੁਤ ਜ਼ਿਆਦਾ ਹੈ ਜੀ, ਜਿਸ ਕਰਕੇ ਮੈਨੂੰ ਲੱਗਦਾ ਪਿਛਲੇ ਕਾਫੀ 3-4 ਸਾਲਾਂ ਤੋਂ ਲਗਾਤਾਰ ਇਹ ਯੂਨੀਵਰਸਿਟੀ ਜਿਹੜੀ ਹੈ ਉਹ ਇੱਦਾਂ ਨਹੀਂ ਹੈ ਕਿ ਪਹਿਲਾਂ ਵੀ ਮਾੜਾ ਮੋਟਾ ਦਖਲ ਤਾਂ ਰਿਹਾ ਯੂਨੀਵਰਸਿਟੀ ਵਿੱਚ, ਹਮੇਸ਼ਾ ਹੀ ਰਹਿੰਦਾ, ਹਰ ਇੱਕ ਯੂਨੀਵਰਸਿਟੀ ਵਿੱਚ ਰਹਿੰਦਾ, ਲੇਕਿਨ ਹੁਣ ਤਾਂ ਪਰ ਹੱਦ ਤੋਂ ਵੱਧ ਗਿਆ। ਹੁਣ ਤਾਂ 3 ਸਾਲਾਂ ਤੋਂ ਨੰਗੇ ਚਿੱਟੇ ਰੂਪ ਦੇ ਵਿੱਚ ਜੀ। ਜਿਵੇਂ ਕਿ ਆਪਾਂ ਗੱਲ ਕਰੀਏ ਸੈਨੇਟ ਦੀ ਚੋਣ ਤੋਂ ਇਲਾਵਾ ਦੀ ਗੱਲ ਕਰੀਏ ਵੀ ਉਹ ਰੁਕੀ ਹੋਈ ਹੈ। ਜਿਵੇਂ ਆਪਾਂ ਮਤਭੇਦ ਦੀ ਗੱਲ ਆਉਂਦੀ ਹੈ, ਜਿਵੇਂ 60-40 ਦੀ ਰੇਸ਼ੋ ਦੀ ਗੱਲ ਆਉਂਦੀ ਹੈ, ਉਹ ਕਹਿੰਦੇ ਨੇ ਪੰਜਾਬ ਯੂਨੀਵਰਸਿਟੀ ਇੰਟੈਲੈਕਚੁਅਲ ਬੰਦੇ ਇੰਟੈਲੈਕਚੁਅਲ ਢੰਗ ਨਾਲ ਕਰ ਰਹੇ ਨੇ ਇਹ ਸਾਰਾ ਕੰਮ।
ਦੇਖੋ ਭਾਵੇਂ ਇੰਟੈਲੈਕਚੁਅਲ ਹੋਣ, ਲੇਕਿਨ ਲਿਬਰੇਟ ਸਾਹਿਬ ਹੁੰਦੇ ਤਾਂ ਉਹ ਵੀ ਬੰਦੇ ਹੀ ਹੈ। ਤੁਸੀਂ ਕਹਿ ਸਕਦੇ ਹੋ ਇੰਟੈਲੈਕਚੁਅਲ ਬੰਦੇ, ਤਾਂ ਉਹਨਾਂ ਉੱਪਰ ਵੀ ਚੀਜ਼ਾਂ ਦਾ ਅਸਰ ਤਾਂ ਹੁੰਦਾ ਹੀ ਹੈ ਜੀ। ਔਰ ਜਦੋਂ ਸਾਰਾ ਸੁਸਾਇਟੀ ਕੋਲੈਪਸ ਕਰ ਰਹੀ ਹੋਵੇ, ਸਾਰੀਆਂ ਚੀਜ਼ਾਂ ਢਹਿ ਢੇਰੀਆਂ ਹੋ ਰਹੀਆਂ ਹੋਣ, ਤੁਹਾਡੇ ਪਾਸੇ ਵੈਲਿਊਜ਼ ਮਰ ਰਹੀਆਂ ਹੋਣ, ਤਾਂ ਫਿਰ ਉਹਦੇ ਟੀਚਰ ਵੀ ਨਹੀਂ ਬਚਦੇ, ਕੋਈ ਵੀ ਨਹੀਂ ਬਚਦਾ। ਜੱਜ ਸਾਹਿਬ, ਸਾਡੇ ਦੇਸ਼ ਦਾ ਹਰ ਇੱਕ ਜੱਜ ਇਸ ਅੰਡਰ ਪ੍ਰੈਸ਼ਰ ਦੇ ਵਿੱਚ ਹੈ ਕਿ ਉਹਦੇ ਉੱਪਰ ਵਾਰ-ਵਾਰ ਉਹ ਕਹਿ ਰਹੇ ਨੇ। ਕੱਲ੍ਹ ਵੀ ਸ਼ਾਇਦ ਇੱਕ ਜਸਟਿਸ ਵੀ ਰਮਨ ਨੇ ਸਟੇਟਮੈਂਟ ਦਿੱਤੀ ਹੈ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਇੱਕ ਵਧੀਆ ਜੁਡੀਸ਼ਰੀ ਹੋਵੇ ਔਰ ਉਹ ਸਰਕਾਰਾਂ ਦੇ ਉੱਪਰ ਵੀ ਚੈੱਕ ਲਾ ਸਕੇ, ਤਾਂ ਤੁਹਾਨੂੰ ਉਸ ਨੂੰ ਲਿਬਰਟੀ ਦੇਣੀ ਪਊਗੀ। ਠੀਕ ਹੈ, ਲੇਕਿਨ ਜਦੋਂ ਹਰ ਇੱਕ ਇੰਸਟੀਟਿਊਸ਼ਨ ਦੇ ਵਿੱਚ ਲਗਾਤਾਰ ਲਿਬਰੇਟ ਸਾਹਿਬ ਇੱਦਾਂ ਕਹੀਏ ਕਿ ਰਾਜਨੀਤਿਕ ਦਖਲ ਵੱਧਦਾ ਜਾਂਦਾ, ਤੇ ਫਿਰ ਟੀਚਰ ਵੀ ਨਹੀਂ ਬਚਦੇ। ਟੀਚਰਾਂ ਉੱਪਰ ਵੀ ਅਸਰ ਪੈਂਦਾ ਔਰ ਆਲੇ ਦੁਆਲੇ ਦਾ ਟੀਚਰਾਂ ਦੇ ਉੱਪਰ ਅਸਰ ਪੈਂਦਾ। ਔਰ ਟੀਚਰ ਆਮ ਤੌਰ 'ਤੇ ਤੁਹਾਨੂੰ ਪਤਾ ਮਿਡਲ ਕਲਾਸ ਲੋਕ ਹੁੰਦੇ ਨੇ, ਔਰ ਮਿਡਲ ਕਲਾਸ ਲੋਕ ਤਾਂ ਆਲੇ ਦੁਆਲੇ ਤੋਂ ਤੁਹਾਨੂੰ ਪਤਾ ਹੀ ਉਹ ਕਿਵੇਂ ਬੌਂਦਲ ਜਾਂਦੇ ਨੇ ਆਪਣੇ ਆਲੇ ਦੁਆਲੇ 'ਚ। ਮੱਧ ਵਰਗ ਜਾਨੀ ਜ਼ਿਆਦਾ ਪ੍ਰਭਾਵਿਤ ਹੁੰਦਾ ਹੈ। ਹਾਂ, ਮੱਧ ਵਰਗ ਹੀ ਪ੍ਰਭਾਵਿਤ ਹੁੰਦਾ। ਉਹ ਬੇਸਿਕਲੀ ਮੱਧ ਵਰਗ ਦੀ ਪ੍ਰੋਬਲਮ ਇਹ ਹੁੰਦੀ ਹੈ ਕਿ ਉਹਦੀ ਔਕਾਤ ਤਾਂ ਲੋਅਰ ਕਲਾਸ ਵਰਗੀ ਹੁੰਦੀ ਹੈ, ਹਸਰਤ ਤਾਂ ਉਹਦੀਆਂ ਅਪਰ ਕਲਾਸ ਵਾਲੀਆਂ ਹੁੰਦੀਆਂ। ਹਸਰਤ ਤਾਂ ਅਪਰ ਕਲਾਸ ਦੀ ਹੁੰਦੀ ਹੈ। ਫਿਰ ਇਸ ਤਰ੍ਹਾਂ ਹੈ, ਜਿਸ ਤਰ੍ਹਾਂ ਦਿਨ ਰਾਤ ਵਿਚਲਾ ਫਾਸਲਾ, ਮੇਰੀਆਂ ਰੀਝਾਂ ਮੇਰੀ ਔਕਾਤ ਵਿਚਲਾ ਫਾਸਲਾ ਪਾਤਰ ਸਾਹਿਬ ਦਾ ਸ਼ੇਰ ਹੈ। ਤਾਂ ਫਿਰ ਮਿਡਲ ਕਲਾਸ ਦੀ ਹਾਲਤ ਇਹ ਹੁੰਦੀ ਹੈ। ਤੁਸੀਂ ਇੱਕ ਨਾਟਕ ਤੇ ਇੱਕ ਚੌਂਕ 'ਚੋਂ ਸ਼ਹਿਰ ਦਿਸਦਾ ਵਿੱਚ ਸਾਰੇ ਸ਼ਹਿਰ ਦੀ ਇੱਕ ਚੌਂਕ ਤੋਂ ਤਸਵੀਰ ਪੇਸ਼ ਕੀਤੀ ਸੀ। ਮੈਂ ਚਾਹੁੰਦਾ ਕਿ ਤੁਸੀਂ ਇਸ ਯੂਨੀਵਰਸਿਟੀ ਦੀ ਤਸਵੀਰ ਵੀ ਪੇਸ਼ ਉਸੇ ਤਰ੍ਹਾਂ ਹੀ ਕਰੋ ਤੇ ਸਾਨੂੰ ਦੱਸੋ ਕਿ ਇਸ ਤਰ੍ਹਾਂ ਦੇ ਕਿਸ ਤਰ੍ਹਾਂ ਦੇ ਮਾਮਲੇ, ਤੁਸੀਂ ਵੀ ਉਸ ਦੇ ਪ੍ਰਭਾਵ ਹੇਠ ਰਹੇ ਹੋ। ਪਹਿਲਾਂ ਤੁਸੀਂ ਆਪਦਾ ਮਾਮਲਾ ਦਰਸ਼ਕਾਂ ਨਾਲ ਸਾਂਝਾ ਕਰੋ, ਫਿਰ ਹੋਰ ਜਿਹੜੇ ਮਾਮਲੇ ਨਾਲ ਜੁੜੇ ਹੋਏ ਨੇ ਉਹ ਵੀ ਮੈਂ ਉਮੀਦ ਕਰਦਾ ਕਿ ਸਾਰੇ ਤੁਸੀਂ ਪਰਤ ਦਰ ਪਰ ਖੋਲੋਗੇ। ਗੱਲ ਇਹ ਹੈ ਕਿ ਮੇਰਾ ਨਿੱਜੀ ਮਾਮਲਾ ਤਾਂ ਬਹੁਤ ਵੱਡਾ ਮਾਮਲਾ ਨਹੀਂ ਹੈ, ਮੈਂ ਉਸ ਨੂੰ ਬਹੁਤ ਤੂਲ ਵੀ ਨਹੀਂ ਦੇਣਾ ਚਾਹੁੰਦਾ। ਮੈਂ 2018 ਦੇ ਵਿੱਚ ਮੇਰੀ ਇੰਟਰਵਿਊ ਹੋਈ ਸੀ ਐਸੋਸੀਏਟ ਦੀ ਪ੍ਰਮੋਸ਼ਨ ਦੇ ਲਈ। ਇਹ ਸਾਡਾ ਇੱਕ UGC ਦਾ ਬਣਾਇਆ ਹੋਇਆ ਇੱਕ ਪ੍ਰੋਸੈਸ ਹੈ ਕਿ ਅਸੀਂ ਇਸ ਨੂੰ ਕਹਿੰਦੇ ਹਾਂ ਕੈਰੀਅਰ ਐਡਵਾਂਸਮੈਂਟ ਸਕੀਮ। ਤਾਂ ਹਰ 3 ਸਾਲ ਜਾਂ 4 ਸਾਲ ਬਾਅਦ ਜਦੋਂ ਵੀ ਕਿਸੇ ਬੰਦੇ ਦੀ ਡਿਊ ਹੁੰਦੀ ਹੈ ਉਸ ਨੂੰ ਪ੍ਰਮੋਸ਼ਨ ਮਿਲਦੀ ਹੈ, ਔਰ ਉਸ ਦੇ ਲਈ ਉਸਨੇ ਕੁਝ ਕੰਡੀਸ਼ਨਸ ਪੂਰੀਆਂ ਕਰਨੀਆਂ ਹੁੰਦੀਆਂ, ਔਰ ਸਿਸਟਮ ਕਾਫੀ ਕੰਪਲੀਕੇਟਡ ਹੈ। ਪ੍ਰਮੋਸ਼ਨ ਲੈਣ ਦਾ ਸੌਖਾ ਸਿਸਟਮ ਨਹੀਂ ਹੈ। ਤਾਂ ਮੇਰੀ ਜਿਹੜੀ ਪ੍ਰਮੋਸ਼ਨ ਡਿਊ ਸੀ ਉਹ ਕਾਫੀ ਪੁਰਾਣੀ ਸੀ, 13-14 ਦੀ, ਤੇ ਮੈਂ ਉਹ 16 ਦੇ ਵਿੱਚ ਕੁਆਲੀਫਾਈ ਕਰਕੇ ਇੱਥੇ ਅਪਲਾਈ ਕੀਤਾ। ਤੇ ਹੁਣ ਮੈਂ 15 ਦੇ ਵਿੱਚ ਅਪਲਾਈ ਕਰਨਾ ਸ਼ੁਰੂ ਕਰਦਾ, 16 ਦੇ ਵਿੱਚ ਮੇਰੀ ਫਾਈਲ ਵਾਪਸ ਭੇਜ ਦਿੱਤੀ ਜਾਂਦੀ ਹੈ, ਨਹੀਂ ਜੀ ਇਹ ਸਹੀ ਨਹੀਂ। 16 ਵਿੱਚ ਦੁਬਾਰਾ ਸਹੀ ਕਰਕੇ ਫਾਈਲ ਦਿੱਤੀ ਜਾਂਦੀ ਹੈ, 2 ਸਾਲ ਲੱਗ ਜਾਂਦੇ ਨੇ, ਮੇਰੀ ਫਾਈਲ ਗਾਂ ਮੂਵ ਨਹੀਂ ਹੁੰਦੀ। 2 ਸਾਲ ਬਾਅਦ ਰੱਬ ਕਰਕੇ ਫਾਈਲ ਮੂਵ ਹੁੰਦੀ ਹੈ, ਤੇ 18 ਜੁਲਾਈ 2018 ਨੂੰ ਇੱਥੇ ਵਾਈਸ ਚਾਂਸਲਰ ਸਾਹਿਬ ਦੇ ਦਫ਼ਤਰ ਦੇ ਵਿੱਚ ਮੇਰੀ ਇੰਟਰਵਿਊ ਹੁੰਦੀ ਹੈ ਜੀ। ਕਾਫੀ ਪ੍ਰੋਸੈਸ ਹੁੰਦੇ ਨੇ, ਪਹਿਲਾਂ ਪ੍ਰੀ ਸਕਰੀਨਿੰਗ ਹੁੰਦੀ ਹੈ, ਸਕਰੀਨਿੰਗ ਹੁੰਦੀ ਹੈ, ਫਿਰ ਪ੍ਰੈਜੈਂਟੇਸ਼ਨ ਹੁੰਦੀ ਹੈ, ਕਾਫੀ ਕੁਝ ਹੁੰਦਾ ਜੀ। ਤੇ ਸਾਰਾ ਕੁਝ ਕਰਕੇ ਮੇਰੀ ਇੰਟਰਵਿਊ ਹੁੰਦੀ ਹੈ, ਮੈਨੂੰ ਵਧਾਈ ਦਿੱਤੀ ਜਾਂਦੀ ਹੈ। ਮਤਲਬ ਕਿ ਇੱਕ ਬੰਦਾ ਉੱਠ ਕੇ ਮੈਨੂੰ ਮਿਲਦਾ, ਲਓ ਜੀ ਐਸੋਸੀਏਟ ਪ੍ਰੋਫੈਸਰ ਬਣ ਗਏ VC ਸਾਹਿਬ, ਮੈਨੂੰ ਖੁਦ ਵਧਾਈ ਦਿੰਦੇ ਨੇ ਜੀ। ਤੇ ਮੁੜ ਕੇ ਮੈਂ ਘਰੇ ਆ ਕੇ ਪਾਰਟੀ ਵੀ ਕਰ ਲੈਣਾ, 3500 ਰੁਪਈਆ ਵੀ ਖਰਚ ਦਿੰਦਾ। ਅੱਛਾ ਜੀ। ਤੇ ਫਿਰ ਮੈਂ ਉਡੀਕਦਾ ਵੀ ਅੱਜ ਮੈਨੂੰ ਚਿੱਠੀ ਆਉਂਦੀ, ਅੱਜ ਮੈਨੂੰ ਚਿੱਠੀ ਆਉਂਦੀ। ਕੈਪਟਨ ਵਾਲੀ ਗੱਲ ਹੋਈ, ਸਰਕਾਰ ਬਣੀ ਨਹੀਂ, ਪਾਰਟੀ ਤਿਆਰੀ ਨਹੀਂ। ਪਰ ਜਦੋਂ ਮੈਨੂੰ ਵਧਾਈ ਦੇ ਕੇ ਤੋਰਿਆ ਅੰਦਰੋਂ, ਤਾਂ ਮੈਂ ਤਾਂ ਮੰਨ ਲਿਆ ਨਾ ਕਿ ਹਾਂ ਠੀਕ ਹੈ, ਜੋ VC ਸਾਹਿਬ ਨੇ ਤੁਹਾਨੂੰ ਵਧਾਈ ਦਿੱਤੀ। ਨਹੀਂ ਹਾਂ, ਬਾਕੀ ਉੱਥੇ ਸਾਰੇ ਪ੍ਰੋਸੀਡਿੰਗ ਤੇ ਸਾਈਨ ਕਰਦੇ ਆ, ਮੇਰੇ ਸਾਹਮਣੇ ਹੋ ਰਹੇ ਸੀ, ਮੈਨੂੰ ਪਤਾ ਸੀ, ਮੇਰਾ ਕੰਮ ਹੀ ਇੰਨਾ ਸੀ, ਮੈਨੂੰ ਪਤਾ ਸੀ ਮੈਨੂੰ ਰੋਕ ਦੇਣਗੇ। ਹਾਂਜੀ ਹਾਂ। ਤੇ ਬਸ ਫਿਰ 3 ਸਾਲ ਬੀਤ ਗਏ, ਚਿੱਠੀ ਆਈ ਤੀਕ ਨਹੀਂ ਮਿਲੀ, ਤੇ ਮੇਰੇ ਤਾਂ ਉਹ 3500 ਰੁਪਏ ਵੀ ਵਿਗਾੜ ਗਏ। ਕਿਸ ਤਰ੍ਹਾਂ ਦੇ ਤੁਹਾਡੇ ਉਹ ਜਿਹੜੀ ਨੁਕਤਿਆਂ ਨਾਲ ਤੁਹਾਨੂੰ ਰੋਕੀ ਜਾ ਰਹੀ ਹੈ ਫਾਈਲ? ਇਹੀ ਇਸ਼ੂ ਹੈ ਲਿਬਰੇਟ ਸਾਹਿਬ। 3 ਸਾਲ ਤੋਂ ਮੈਨੂੰ ਜਵਾਬ ਹੀ ਨਹੀਂ ਦਿੱਤਾ ਗਿਆ ਕਿ ਮੇਰੀ 'ਚ ਪ੍ਰੋਬਲਮ ਕੀ ਹੈ। ਮੈਂ ਵਾਰ-ਵਾਰ ਚਿੱਠੀ ਲਿਖਦਾ, ਕਦੇ ਰਜਿਸਟਰਾਰ ਸਾਹਿਬ ਨੂੰ, ਕਦੇ SVC ਨੂੰ, ਕਦੇ VC ਸਾਹਿਬ ਨੂੰ ਚਿੱਠੀ ਲਿਖਦਾ ਕਿ ਸਰ ਮੇਰੀ ਪ੍ਰਮੋਸ਼ਨ ਡਿਊ ਹੈ, ਮੇਰੀ ਪ੍ਰਮੋਸ਼ਨ ਦਾ ਚਿੱਠੀ ਤੁਹਾਡੇ ਕੋਲ ਰੁਕੀ ਹੋਈ ਹੈ, ਮੈਨੂੰ ਚਿੱਠੀ ਦੇ ਦਿਓ। ਤੇ ਮੈਨੂੰ ਜਵਾਬ ਨਹੀਂ ਦਿੱਤਾ ਜਾਂਦਾ। ਮੇਨ ਪ੍ਰੋਬਲਮ ਇਹ ਹੈ, ਅਚਾਨਕ ਮੈਨੂੰ ਵਿੱਚ ਚਿੱਠੀਆਂ ਆਉਣ ਲੱਗ ਪੈਂਦੀਆਂ ਜੀ ਕਿ ਤੁਸੀਂ ਨਾ ਨਵੇਂ ਸਿਰੇ ਤੋਂ ਸਾਰਾ ਪ੍ਰੋਸੈਸ ਸ਼ੁਰੂ ਕਰੋ ਜੀ। ਫਿਰ ਮੈਂ ਚਿੱਠੀ ਲਿਖਦਾ ਕਿ ਨਵੇਂ ਸਿਰੇ ਤੋਂ ਪ੍ਰੋਸੈਸ ਕਿਉਂ ਸ਼ੁਰੂ ਕਰਾਂ, ਮੈਨੂੰ ਫਿਰ ਕੋਈ ਜਵਾਬ ਨਹੀਂ ਦਿੰਦਾ। ਮੈਂ RTE ਪਾਣਾ, ਉਹ ਕਹਿੰਦੇ ਨੇ ਕਿ ਸਪੈਸੀਫਿਕ ਇਨਫੋਰਮੇਸ਼ਨ ਨਹੀਂ ਮੰਗ ਰਹੇ। ਭਾਵ 3 ਸਾਲ ਮੈਨੂੰ ਕਿਸੇ ਰਸਤੇ ਨਹੀਂ ਪਾਇਆ ਜਾਂਦਾ। ਮੈਂ ਜਾ ਕੇ ਮਿਲਦਾ ਇੱਕ ਬੰਦੇ ਨੂੰ, ਤਾਂ ਫਿਰ ਉੱਥੇ ਮੈਂ ਸੋਚਣ ਲਈ ਮਜਬੂਰ ਹੋ ਜਾਣਾ ਕਿ ਸਮਥਿੰਗ ਇਜ਼ ਰੋਂਗ। ਫਿਰ ਦੇਖੋ ਹਿਊਮਨ ਬੀਇੰਗ ਆ, ਜਦੋਂ ਤੁਸੀਂ ਫਿਰ ਲਿਬਰੇਟ ਸਾਹਿਬ ਆਲੇ ਦੁਆਲੇ ਦੇਖਦੇ ਹੋ, ਅਚਾਨਕ ਤੁਸੀਂ ਦੇਖਦੇ ਹੋ ਕਿ ਜਦੋਂ ਦੇ VC ਸਾਹਿਬ ਆਏ ਨੇ, ਇਹ ਸਾਨੂੰ ਪਤਾ ਓਪਨਲੀ ਕਿ ਇਹ RSS ਤੇ BJP ਦੇ ਨਾਲ ਐਸੋਸੀਏਟਡ ਨੇ, ਤਾਂ ਅਸੀਂ ਓਪਨਲੀ ਫਿਰ ਮੈਨੂੰ ਐ ਮਹਿਸੂਸ ਹੋਣ ਲੱਗ ਪੈਂਦਾ ਕਿ ਸ਼ਾਇਦ ਮੇਰੀ ਪੰਜਾਬੀ ਤੇ ਜਿਹੜੇ ਸਿੱਖ ਹੈਗੇ ਉਹ ਟਾਰਗੇਟ ਕੀਤੇ ਜਾ ਰਹੇ ਆ। ਹਾਂ, ਇਹੀ ਵਰਗਬੰਦੀ ਕਰਕੇ ਥੋੜਾ ਜਿਹਾ। ਹਾਂ ਦੇਖੋ, ਮੈਂ ਨਹੀਂ ਕਹਿੰਦਾ, ਤੁਸੀਂ ਜਦੋਂ ਤੁਹਾਨੂੰ ਇਹੋ ਜਿਹੀਆਂ ਚੀਜ਼ਾਂ ਦੇ ਸਵਾਲਾਂ ਦੇ ਜਵਾਬ ਨਹੀਂ ਮਿਲਦੇ, ਤੁਸੀਂ ਚਿੱਠੀ ਲਿਖਦੇ ਹੋ, ਜਵਾਬ ਨਹੀਂ ਮਿਲਦੇ, ਫਿਰ ਆਸੇ-ਪਾਸੇ ਤੁਸੀਂ ਦੇਖਦੇ ਹੋ ਕਿ ਇੱਕ ਸਿੱਖ ਬੰਦਾ ਤੁਹਾਨੂੰ ਕਹਿੰਦਾ ਯਾਰ ਮੈਨੂੰ ਕੱਢਤਾ, ਮੈਨੂੰ ਬਹੁਤ ਪ੍ਰੈਸ਼ਰ, ਸਿੱਖਾਂ ਤੰਗ ਕਰਦੇ, ਦੂਜਾ ਕਹਿੰਦਾ ਮੈਨੂੰ ਪੰਜਾਬੀ ਹੋਣ ਕਰਕੇ ਹਟਾਤਾ। ਫਿਰ ਤੁਸੀਂ ਨਾ ਚਾਹੁੰਦੇ ਹੋਏ ਵੀ ਸੋਚਣ ਲਈ ਮਜਬੂਰ ਹੋ ਜਾਂਦੇ ਹੋ ਯਾਰ ਕਿ ਸ਼ਾਇਦ ਤੁਹਾਨੂੰ ਵੀ ਇਸੇ ਕਰਕੇ ਟਾਰਗੇਟ ਕੀਤਾ ਜਦੋਂ ਐਸਾ ਮਾਹੌਲ ਪੈਦਾ ਕਰ ਦਿੱਤਾ। ਹਾਂ, ਤੁਹਾਡੇ ਆਲੇ ਦੁਆਲੇ ਇਹੋ ਜਿਹਾ ਮਾਹੌਲ ਪੈਦਾ, ਕਮਿਊਨਲ ਹੋਣਾ ਬੰਦੇ ਦਾ, ਉਹ ਬੰਦਾ ਕੋਈ ਮਾਂ ਦੀ ਕੁੱਖ ਤੋਂ ਥੋੜੀ ਕਮਿਊਨਿਟੀ ਨਾਲ ਲੈ ਕੇ ਆਉਂਦਾ। ਤੁਸੀਂ ਕਹੀਏ ਵੀ ਉਹ ਬੰਦਾ ਜੰਮਦਾ ਉਦੋਂ ਹੀ ਅਪਰਾਧੀ ਹੁੰਦਾ, ਉਦੋਂ ਹੀ ਕਮਿਊਨਲ ਹੁੰਦਾ। ਤੁਹਾਡੇ ਆਲੇ ਦੁਆਲੇ ਕੁਝ ਲੋਕ ਤੁਹਾਨੂੰ ਅਹਿਸਾਸ ਕਰਾ ਦਿੰਦੇ ਯਾਰ ਕਿ ਤੁਹਾਨੂੰ ਇਸ ਕਰਕੇ ਟਾਰਗੇਟ ਕੀਤਾ ਜਾ ਰਿਹਾ ਜੀ। ਤੇ ਫਿਰ ਜਦੋਂ ਮੈਨੂੰ ਲੱਗਿਆ ਕਿ ਇਹ ਤਾਂ ਮੈਨੂੰ ਕਦੇ ਵੀ ਮੇਰੀ ਚਿੱਠੀ ਨਹੀਂ ਦੇਣਗੇ, ਔਰ ਮੇਰੇ 4 ਸਾਲ ਰਹਿ ਗਏ, ਮੈਂ 56 ਦਾ ਹੋ ਚੁੱਕਿਆ,
ਤੇ 4 ਸਾਲਾਂ ਨੂੰ ਮੈਂ ਰਿਟਾਇਰ ਹੋ ਜਾਣਾ। ਰਿਟਾਇਰਮੈਂਟ ਦੇ ਨੇੜੇ ਇਸ ਹਿਸਾਬ ਨਾਲ ਤਾਂ ਮੈਂ ਕਦੇ ਯੂਨੀਵਰਸਿਟੀ 'ਚ ਪ੍ਰੋਫੈਸਰ ਨਹੀਂ ਬਣ ਪਾਊਂਗਾ, ਜਿਹੜਾ ਕਿ ਮੇਰਾ ਰਾਈਟ ਹੈ। ਔਰ ਐਸੋਸੀਏਟ ਪ੍ਰੋਫੈਸਰ ਹੋਣ ਨਾਲ ਸਿਰਫ ਇਹ ਨਹੀਂ ਹੈ ਕਿ ਤਨਖਾਹ ਵੱਧਦੀ ਹੈ, ਇਹ ਵੀ ਹੈ ਕਿ ਤੁਹਾਨੂੰ ਰੁਤਬਾ ਵੱਧਦਾ ਤੁਹਾਡਾ। ਹੁਣ ਮੈਂ ਪਿੱਛੋਂ ਜੇ ਬੈਂਕ ਦੇ ਵਿੱਚ ਲੋਨ ਲੈਣਾ ਸੀਗਾ, ਐਕਸਿਸ ਬੈਂਕ ਦੇ ਵਿੱਚ ਮੈਂ ਬੈਠਾ, ਔਰ ਮੇਰੇ ਤੋਂ ਅੱਧੀ ਉਮਰ ਦਾ ਉਹ ਇੱਕ ਜਿਹੜਾ ਮੁੰਡਾ ਹੈਗਾ ਉਹ ਮੇਰਾ ਪੁੱਛ ਰਿਹਾ ਤੇ ਮੈਨੂੰ ਕਹਿੰਦਾ ਤੁਸੀਂ ਕੀ ਹੋ ਪੰਜਾਬ ਯੂਨੀਵਰਸਿਟੀ 'ਚ? ਮੈਂ ਕਿਹਾ ਜੀ ਅਸਿਸਟੈਂਟ ਪ੍ਰੋਫੈਸਰ। ਉਹ ਉੱਥੇ ਪੜ੍ਹਿਆ ਸੀਗਾ, ਕਹਿੰਦਾ ਜੀ ਤੁਸੀਂ 56 ਸਾਲ ਦੇ ਹੋ, ਅਸਿਸਟੈਂਟ ਪ੍ਰੋਫੈਸਰ ਹੀ ਹੋ ਜੀ। ਸੋਚ ਸਕਦੇ ਮੇਰੇ ਤੇ ਕੀ ਗੁਜ਼ਰੀ ਹੋਊਗੀ। ਬਿਲਕੁਲ ਬਿਲਕੁਲ ਬਿਲਕੁਲ। ਤੇ ਇੰਨਾ ਸ਼ੌਕਿੰਗ ਸੀ ਮੇਰੇ ਲਈ। ਤੇ ਮੈਂ ਉਸ ਦਿਨ ਜਾ ਕੇ ਵਾਈਸ ਚਾਂਸਲਰ ਸਾਹਿਬ ਨੂੰ ਚਿੱਠੀ ਲਿਖੀ। ਮੈਂ ਚਾਂਸਲਰ ਸਾਹਿਬ ਨੂੰ ਚਿੱਠੀ ਲਿਖੀ ਕਿ ਸਾਰੇ ਇੱਥੇ ਤੁਹਾਡੇ ਜਿਹੜੇ ਬੰਦੇ ਹੈਗੇ ਉਹ ਮੈਨੂੰ ਟਾਰਗੇਟ ਕਰ ਰਹੇ ਆ, ਮੇਰੇ ਸੰਸਕ੍ਰਿਤਿਕ ਕਾਰਨਾਂ ਕਰਕੇ ਔਰ ਧਾਰਮਿਕ ਕਾਰਨਾਂ ਕਰਕੇ ਔਰ ਰਾਜਨੀਤਿਕ ਕਾਰਨਾਂ ਕਰਕੇ, ਕਿਉਂਕਿ ਉਹ ਬੀਜੇਪੀ ਦੇ ਔਰ ਅਸੀਂ ਓਪਨਲੀ ਜਿਹੜੇ ਹੈਗੇ ਕਿਸਾਨ ਅੰਦੋਲਨ ਦੇ ਨਾਲ ਖੜੇ ਆ ਤੇ ਅਸੀਂ ਮੈਨੂੰ ਐਂ ਲੱਗਦਾ ਮੈਨੂੰ ਟਾਰਗੇਟ ਕੀਤਾ ਜਾ ਰਿਹਾ। ਲਓ ਜੀ, ਵੀਸੀ ਸਾਹਿਬ ਨੇ ਉਹਦਾ ਵੀ ਜਵਾਬ ਨਹੀਂ, ਉਹਨਾਂ ਨੇ ਚਿੱਠੀ ਨਹੀਂ ਗਾਂ ਜਾਣ ਦਿੱਤੀ ਮੈਨੂੰ ਲੱਗਦਾ ਚਾਂਸਲਰ ਸਾਹਿਬ ਕੋਲੇ। ਹੁਣ ਤੁਹਾਡੇ ਵਾਲੇ ਜੇ ਇੰਡੀਵਿਜੂਅਲ ਕੇਸ ਦੀ ਗੱਲ ਕਰੀਏ, ਹੋਰ ਕਿਸੇ ਦੀ ਤਾਂ ਬਾਅਦ ਬਸ ਲਾਸਟ ਹੈ ਕੀ ਸਥਿਤੀ ਹੈ? ਬਸ ਫਿਰ ਉਹੀ ਸਥਿਤੀ ਹੈ ਕਿ ਫਿਰ ਉਹ ਚਿੱਠੀ ਜਿਹੜੀ ਸੀਗੀ, ਇੱਕ ਪੱਤਰਕਾਰ ਹੈਗੇ ਇੱਥੇ ਜੀ ਤੇ ਉਹਨਾਂ ਦੇ ਹੱਥ ਲੱਗੀ, ਉਹਨਾਂ ਨੇ ਛਾਪਤੀ, ਇੱਕ ਦੋ ਹੋਰ ਅਖਬਾਰਾਂ ਵਿੱਚ ਆ ਕੇ ਛਪ ਗਈ ਤੇ ਫਿਰ ਇਸ਼ੂ ਬਣ ਗਿਆ। ਫਿਰ ਹੁਣ ਮੈਨੂੰ ਪਿਛਲੇ 3-4 ਦਿਨਾਂ ਤੋਂ ਪਤਾ ਲੱਗਿਆ ਕਿ ਯੂਨੀਵਰਸਿਟੀ ਦੇ ਵਿੱਚ ਬਹੁਤ ਵੱਡੀ ਟੈਨਸ਼ਨ ਫੈਲੀ ਹੋਈ ਹੈ। ਹੁਣ ਵੀਸੀ ਸਾਹਿਬ ਘਬਰਾਏ ਹੋਏ ਆ। ਬਿਲਕੁਲ, ਸਾਡੇ ਕੋਲ ਇੱਕ ਇਹ ਪ੍ਰਭਾਵ ਆ ਰਿਹਾ ਸੀ, ਰੁਝਾਨ ਆ ਰਿਹਾ ਸੀਗਾ ਕਿ ਬਹੁਤ ਵੱਡਾ ਪ੍ਰੋਟੈਸਟ ਹੋਣ ਜਾ ਰਿਹਾ ਹੈ। ਫਿਰ ਜਿਹੜੇ ਦਬੇ ਹੋਏ ਸੀ, ਜਿਹੜੇ ਨਾਲ ਪਹਿਲਾਂ ਇਹਨਾਂ ਨਾਲ ਜ਼ਿਆਦਤੀਆਂ ਹੋਈਆਂ ਨੇ, ਉਹ ਵੀ ਇੱਕ ਗਰੁੱਪ ਸਮੂਹ ਬਣ ਕੇ ਨਿਕਲਿਆ। ਹਾਂ ਬਿਲਕੁਲ, ਮੈਨੂੰ ਅੱਜ ਪਤਾ ਲੱਗਿਆ। ਅੱਜ ਮੈਨੂੰ ਬਹੁਤ ਫੋਨ ਆ ਰਿਹਾ ਸਵੇਰ ਦੇ ਕਿ ਬਹੁਤ ਸਾਰੇ ਪੰਜਾਬੀ ਜਿਹੜੇ ਹੈਗੇ ਤੇ ਹਰਿਆਣੇ ਦੇ ਲੋਕ ਵੀ, ਕਿਉਂਕਿ ਜਦੋਂ ਯੂਨੀਵਰਸਿਟੀ ਬਣੀ ਸੀ ਇਕੱਲੀ ਪੰਜਾਬ ਦਾ ਮਸਲਾ ਨਹੀਂ ਸੀਗਾ ਇਹ ਯੂਨੀਵਰਸਿਟੀ। ਤੁਹਾਨੂੰ ਪਤਾ ਕਿ ਇੱਥੇ ਚੰਡੀਗੜ੍ਹ 'ਚ ਫਿਕਸ ਹੋਇਆ ਸੀ ਕਿ 50% 60% ਜਿਹੜੀਆਂ ਪੰਜਾਬ ਦੇ ਲੋਕਾਂ ਦੀ ਭਰਤੀ ਹੋਊਗੀ, ਚੰਡੀਗੜ੍ਹ 40%। ਹੁਣ ਤਾਂ ਪੰਜਾਬ ਤੇ ਹਰਿਆਣਾ ਦੋਨੋਂ ਹੀ ਇੱਥੇ ਠੂਠੇ ਚੱਕੀ ਫਿਰਦੇ ਆ, ਹੋਰ ਹੀ ਸਟੇਟਾਂ ਆ ਕੇ ਉੱਥੇ ਕਬਜ਼ਾ ਕਰ ਗਈਆਂ ਤੇ ਪੰਜਾਬੀ ਤਾਂ ਹੁਣ ਇੱਥੇ ਮਤਲਬ ਐਂ ਕਹੋ ਕਿ ਹਾਸ਼ੀਏ ਤੇ ਨੇ। ਤੇ ਬਸ ਫਿਰ ਹੁਣ ਇੱਕ ਵਿਵਾਦ ਬਣਿਆ ਹੋਇਆ। ਹੁਣ ਵੀਸੀ ਸਾਹਿਬ ਮੈਨੂੰ ਪਤਾ ਲੱਗਿਆ ਕਿ ਸਫਾਈਆਂ ਦਿੰਦੇ ਫਿਰਦੇ ਨੇ ਥਾਂ ਥਾਂ ਤੇ, ਮੈਨੂੰ ਹਾਲੇ ਵੀ ਨਹੀਂ ਦੱਸ ਰਹੇ ਕਿ ਕੇਸ ਕੀ ਹੈ ਮੇਰਾ। ਜੀ ਅਖਬਾਰ ਦੇ ਵਿੱਚ ਬਿਆਨ ਦਿੰਦੇ ਹੈਗੇ ਕਿ ਇਸ ਬੰਦੇ ਦੇ ਜੀ ਸਕੋਰ ਨਹੀਂ ਪੂਰੇ ਹੁੰਦੇ ਪ੍ਰਮੋਸ਼ਨ ਜੋਗੇ। ਜੀ ਮੈਨੂੰ ਫੇਰ ਨਹੀਂ ਚਿੱਠੀ ਲਿਖਦੇ, ਮੈਨੂੰ ਕਦੇ ਯੂਨੀਵਰਸਿਟੀ ਨਹੀਂ ਲਿਖ ਕੇ ਦਿੰਦੀ ਕਿ ਤੇਰੇ ਸਕੋਰ ਨਹੀਂ ਪੂਰੇ ਹੁੰਦੇ। ਨਹੀਂ, ਫਿਰ ਜਿਹੜਾ ਇੰਨਾ ਵਕਫਾ ਜੀ, ਤੁਸੀਂ ਵੈਸੇ ਜਾਗਰੂਕ ਹੋ ਬਹੁਤ ਤੇ ਵੈਸੇ ਵੀ ਲੋਕਾਂ ਨੂੰ ਸੇਧ ਦੇਣ ਦੇ ਇੱਕ ਐਸਾ ਪੇਸ਼ੇ ਨਾਲ ਜੁੜੇ ਹੋਏ ਹੋ, ਦਿੱਤੀ ਵੀ ਹੈ ਸੇਧ ਤੁਸੀਂ। ਜਿਵੇਂ ਕਿ ਮੈਂ ਫਿਰ ਦੁਬਾਰਾ ਜ਼ਿਕਰ ਕਰੂੰਗਾ, ਇੱਕ ਚੌਂਕ 'ਚੋਂ ਸ਼ਹਿਰ ਦਿਸਦਾ ਤੁਹਾਡਾ ਇੰਨਾ ਫੇਮਸ ਤੇ ਇੰਨਾ ਲੋਕ ਪ੍ਰਸਿੱਧ ਯਾਨੀ ਹਰਮਨ ਪਿਆਰਾ ਪਲੇ ਹੈ ਜਿਹਨੂੰ ਹਰ ਟਾਈਮ ਕਰਦੇ ਰਹੇ। ਤੇ ਹੁਣ ਤੁਸੀਂ ਇਸ ਜਿਹੜੀ ਚੀਜ਼ ਨੂੰ ਫੈਲਾ ਕੇ ਜਾਗਰੂਕਤਾ ਬਣਾ ਕੇ ਤੁਸੀਂ ਵੀ ਕਿਤੇ ਨਾ ਕਿਤੇ ਅੜ ਗਏ ਤਾਂ ਆਮ ਬੰਦੇ ਦਾ ਕੀ ਹੁੰਦਾ ਹੋਊਗਾ? ਮੈਂ ਇਹੀ ਸੋਚ ਕੇ ਹੈਰਾਨ ਹਾਂ। ਮੈਨੂੰ ਹੁਣ ਰੋਜ਼ ਫੋਨ ਆਉਂਦੇ ਨੇ। ਇੱਕ ਇਹ ਵੀ ਤਾਂ ਤੁਹਾਨੂੰ ਪਤਾ ਨਾ ਕਿ ਪੰਜਾਬ ਤੇ ਹਿੰਦੁਸਤਾਨ ਦੀ ਇੱਕ ਪ੍ਰੋਬਲਮ ਇਹ ਹੈ ਕਿ ਬੰਦੇ ਇੰਨੇ ਕੁ ਦੁਖੀ ਨੇ, ਜਦੋਂ ਇੱਕ ਬੰਦਾ ਬੋਲਦਾ 20 ਉਹਦੇ ਮਗਰ ਹੋਰ ਚਿੱਠੀਆਂ ਉਹ ਪਾ ਦਿੰਦੇ ਨੇ। ਮੈਨੂੰ ਤਾਂ ਪਿਛਲੇ 1 ਹਫ਼ਤੇ ਤੋਂ ਲੋਕੀ ਸੌਣ ਨਹੀਂ ਦੇ ਰਹੇ, ਮੇਰੀ ਪ੍ਰੋਬਲਮ ਵੀ ਚੱਕੋ, ਆਹ ਵੀ ਚੱਕੋ। ਆਪ ਮੈਂ ਉਹਨਾਂ ਨੂੰ ਕਹਿੰਦਾ ਤੁਸੀਂ ਵੀ ਆ ਜਾਓ ਯਾਰ, ਆਪਾਂ ਇਕੱਠੇ ਹੋ ਕੇ ਚੁੱਕਦੇ ਹਾਂ। ਪਤਾ ਨਹੀਂ ਸਾਡੇ ਮਿਡਲ ਕਲਾਸ ਲੋਕ ਹੈ, ਨਹੀਂ ਤੁਸੀਂ ਹੁਣ ਬੋਲਣ ਲੱਗ ਪਏ ਨਾ, ਤੁਸੀਂ ਬੋਲਦੇ ਹੋ। ਜਸਟ ਸਾਹਮਣੇ ਨਹੀਂ ਆਉਣਾ ਚਾਹੁੰਦੇ ਲੋਕ, ਦੁਖੀ ਬਹੁਤ ਹੈ ਇਸ ਸਿਸਟਮ ਦੇ ਵਿੱਚ। ਮੈਂ ਚਾਹੁੰਦਾ ਕਿ ਇਸ ਇੱਕ ਸਟੇਜ ਦੇ ਉੱਪਰ ਅਸੀਂ ਆ ਪੰਜਾਬੀ, ਹਰਿਆਣਵੀ, ਹਿਮਾਚਲੀ ਵਾਲੀ ਵੰਡ ਵੀ ਛੱਡ ਦਈਏ। ਇੱਕ ਸਟੇਜ ਤੇ ਅਸੀਂ ਹਿੰਦੂ ਸਿੱਖ ਵਾਲੀ ਅਕੈਡਮਿਸ਼ਨ ਦੇ ਵਿੱਚ ਗੱਲ ਨਾ ਕਰੀਏ। ਲੇਕਿਨ ਹਕੀਕਤ ਦੇ ਵਿੱਚ ਇਹ ਹੈ ਕਿ ਇਹ ਜਿਹੜਾ ਐਡਮਿਨਿਸਟ੍ਰੇਟਿਵ ਸੈਟਅਪ ਹੈ ਇਸ ਵੇਲੇ ਦਾ, ਵੀਸੀ ਸਾਹਿਬ ਦੇ ਆਲੇ ਦੁਆਲੇ ਜਿਹੜੇ ਲੋਕ ਇਕੱਠੇ ਹੋਏ ਆ, ਉਹ ਸੱਚੀ ਮੁੱਚੀ ਟਾਰਗੇਟ ਕਰਦੇ ਆ ਕਿਸੇ ਪਾਰਟੀਕੂਲਰ ਕਮਿਊਨਿਟੀ ਨੂੰ, ਪਾਰਟੀਕੂਲਰ ਕਿਸੇ ਪੋਲੀਟੀਕਲ ਬਲੀਫ ਨੂੰ, ਔਰ ਪਾਰਟੀਕੂਲਰ ਇੱਦਾਂ ਕਿਸੇ ਆਈਡੀਓਲੋਜੀ ਨਾਲ ਜੁੜੇ ਹੋਏ ਨੇ। ਹਾਂ, ਤੇ ਮਤਲਬ ਕਿ ਉਹ ਇਹ ਚੀਜ਼ ਭੈੜੀ ਹੈ। ਜਦੋਂ ਮਤਲਬ ਕਿ ਅਕੈਡਮਿਕ ਏਰੀਆ ਦੇ ਅੰਦਰ ਇਹ ਚੀਜ਼ ਆਉਣੀ ਸ਼ੁਰੂ ਹੋ ਜਾਂਦੀ ਹੈ, ਫਿਰ ਲੋਕ ਦੇਖੋ ਪੰਜਾਬ ਦੇ ਲੋਕ ਇਹੋ ਜਿਹੇ ਹੈਗੇ, ਹਰਿਆਣਾ, ਪੰਜਾਬ, ਇਹ ਇਹੋ ਜਿਹੀਆਂ ਸਟੇਟਾਂ ਹੈਗੀਆਂ ਜਿੱਥੋਂ ਦੇ ਲੋਕ ਲੜਾਕੇ ਹੈ, ਠੀਕ ਹੈ, ਤਾਂ ਫਿਰ ਉਹ ਖੜਨ ਵਾਲੇ ਨੇ। ਹਾਂ, ਫਿਰ ਲੜ ਪੈਂਦੇ ਨੇ, ਫਿਰ ਟੈਨਸ਼ਨ ਵੱਧ ਜਾਂਦੀ ਹੈ। ਜਿਵੇਂ ਆਪਦੇ ਹੱਕਾਂ ਲਈ ਲੜ ਪੈਂਦੇ ਨੇ। ਫਿਰ ਕਰੋਗੇ ਕੀ ਤੁਸੀਂ? ਸਵਾਲ ਤਾਂ ਹੈ ਕਿ 3 ਸਾਲ ਮੈਂ ਵੇਟ ਕਰਦਾ ਰਿਹਾ ਕਿ ਮੈਨੂੰ ਅੱਜ ਵੀ ਚਿੱਠੀ ਦਾ ਜਵਾਬ ਦਿੰਦੇ, ਅੱਜ ਵੀ ਚਿੱਠੀ ਦਿੰਦੇ ਆ, ਨਹੀਂ ਦਿੱਤੀ ਤਾਂ ਹਾਰ ਕੇ ਫਿਰ ਮੈਨੂੰ ਜਾਣਾ ਪਿਆ ਮੀਡੀਆ ਦੇ ਵਿੱਚ। ਚਲੋ ਤੁਸੀਂ ਉੱਥੇ ਚਲੇ ਗਏ, ਮੀਡੀਆ 'ਚ ਆ ਗਏ, ਤਾਂ ਹਾਈ ਅਥਾਰਟੀ ਤੱਕ ਤੁਸੀਂ ਪੱਤਰ ਭਿਆਰ ਕਰਤਾ। ਜੇ ਤੁਹਾਨੂੰ ਫਿਰ ਵੀ ਇਨਸਾਫ ਨਹੀਂ ਮਿਲਦਾ, ਤੁਹਾਡੇ ਵਰਗੇ ਹੋਰ ਵੀ ਬਹੁਤ ਉੱਥੇ ਪ੍ਰੋਫੈਸਰ ਜਾਂ ਹੋਰ ਹੋਣਗੇ, ਤਾਂ ਫਿਰ ਤੁਹਾਡਾ ਆਖਰੀ ਸਟੈਪ ਕੀ ਹੋਊਗਾ? ਮੈਂ ਉਹਨਾਂ ਨੂੰ ਅਲਟੀਮੇਟਮ ਦਿੱਤਾ ਹੈ ਕਿ ਜੇ ਮੈਨੂੰ ਤੁਸੀਂ 18 ਤਰੀਕ ਨੂੰ 3 ਸਾਲ ਹੋ ਜਾਣਗੇ ਜੀ, ਤਾਂ ਫਿਰ ਮੈਂ ਯੂਨੀਵਰਸਿਟੀ ਬੇਸ਼ਰਮੀ ਡੇ ਮਨਾਊਂਗਾ ਤੁਹਾਡੇ ਦਫ਼ਤਰ ਦੇ ਬਾਹਰ ਬੈਠ ਕੇ, ਔਰ ਮੈਂ ਧਰਨਾ ਦੇਵਾਂਗਾ। ਔਰ ਬਹੁਤ ਸਾਰੇ ਕਲਾਕਾਰ ਸਾਥੀ ਔਰ ਪੱਤਰਕਾਰਾਂ ਨੇ ਮੈਨੂੰ ਵਿਸ਼ਵਾਸ ਦਿਵਾਇਆ, ਕਲਾਕਾਰਾਂ ਨੇ ਵਿਸ਼ਵਾਸ ਦਿਵਾਇਆ, ਔਰ ਪੋਲੀਟੀਸ਼ੀਅਨ, ਸਾਰੀਆਂ ਪੋਲੀਟੀਕਲ ਪਾਰਟੀਆਂ ਕਹਿ ਰਹੀਆਂ ਕਿ ਅਸੀਂ ਤੇਰੇ ਨਾਲ ਬੈਠਾਂਗੇ। ਸੈਨੇਟ, ਸਿੰਡੀਕੇਟ ਔਰ ਬਹੁਤ ਸਾਰੇ ਸਟੂਡੈਂਟ, ਜਿੱਥੇ ਕਿਤੇ ਵੀ ਮੇਰੇ ਕਲਾਕਾਰ ਮਿੱਤਰ ਨੇ, ਸਾਰੇ ਕਹਿੰਦੇ ਕਿ ਅਸੀਂ ਪੰਜਾਬ 'ਚੋਂ ਹਮ ਕੇ ਪਹੁੰਚਾਂਗੇ ਇੱਥੇ, ਤੇ 18 ਤਰੀਕ ਨੂੰ ਫਿਰ ਅਸੀਂ ਧਰਨਾ ਲਾਵਾਂਗੇ। ਫਿਰ ਜਿਹੜਾ ਜੋ ਕੁਝ ਹੋਊਗਾ ਮੈਂ ਉਹਦੇ ਲਈ ਰਿਸਪੌਂਸੀਬਲ ਨਹੀਂ। ਇਹ 'ਚ ਮੈਂ ਤੁਹਾਡੇ ਨਾਲ ਇੱਕ ਗੱਲ ਹੋਰ ਜੋੜਨੀ ਪਾਵਾਂਗਾ। ਤੁਸੀਂ ਕਹਿੰਦੇ ਵੀ ਤੁਹਾਡੇ ਤੋਂ ਇਲਾਵਾ ਹੋਰ ਵੀ ਬਹੁਤ ਵੱਡੀ ਸੰਖਿਆ ਜਿਹੜੀ ਇਹ ਜਿਹੜੇ ਦੁਰਵਿਹਾਰ ਦੀ ਜਾਂ ਇਸ ਮਤਭੇਦ ਦੀ ਸ਼ਿਕਾਰ ਹੋ ਰਹੀ ਹੈ, ਕਿੰਨੀ ਕੀ ਸੰਖਿਆ ਉਹ ਤੁਹਾਡੇ ਨਾਲ ਜੁੜੂ? ਦੇਖੋ, ਫੋਨ ਤਾਂ ਮੈਨੂੰ ਬਹੁਤ ਆਉਂਦੇ ਨੇ। ਮੈਂ ਜਦੋਂ ਮੈਨੂੰ ਪੱਤਰਕਾਰ ਪੁੱਛਦੇ ਨੇ, ਵੀ ਹੱਲਾਸ਼ੇਰੀ ਦਿੰਦੇ ਆ, ਪਿੱਛੇ ਹਟ ਜਾਂਦੇ। ਫਿਰ ਤੁਹਾਨੂੰ ਕਿਹਾ ਨਾ ਸਰ, ਮਿਡਲ ਕਲਾਸ ਜਿਹੜੀ ਸਾਡੀ ਕਮਿਊਨਿਟੀ ਹੈ ਨਾ, ਬਹੁਤ ਡਰਪੋਕ ਹੁੰਦੀ ਹੈ।
ਨਿੱਕੇ ਨਿੱਕੇ ਲਾਲਚ ਦੇ ਉੱਪਰ ਉਹ ਮਤਲਬ ਕਿ ਇਗਨੋਰ ਕਰ ਦਿੰਦੇ। ਉਲਟਾ ਮੈਨੂੰ ਵੀ ਸਮਝਾਉਂਦੇ ਨੇ ਕੋਈ ਨਹੀਂ ਨੌਕਰੀ ਐ ਨਹੀਂ ਕਰੀਦੀ ਹੁੰਦੀ, ਡਰ ਕੇ ਕਰੀਦੀ ਹੁੰਦੀ ਹੈ, ਨੌਕਰੀ ਕੀ ਤੇ ਨਖਰਾ ਕੀ, ਮੈਨੂੰ ਇਹੋ ਜਿਹੀ ਸਲਾਹ ਦਿੰਦੇ ਆ। ਮੈਂ ਕਹਿੰਦਾ ਠੀਕ ਹੈ, ਮੈਂ ਨੌਕਰੀ ਡਰ ਕੇ ਕਰਦਾ, ਮੈਨੂੰ ਕੋਈ ਮੇਰੇ ਬੌਸ ਦੇ ਉੱਪਰ ਹੋਣ ਦਾ ਕੋਈ ਸ਼ੌਕ ਨਹੀਂ ਹੈ। ਮੇਰਾ ਜਿਹੜਾ ਇੱਕ ਹਾਇਰਾਰਕੀ ਹੈ, ਮੇਰੇ ਤੋਂ ਉੱਪਰ ਹੈ, ਮੇਰੇ ਤੋਂ ਉੱਪਰ ਹੈ, ਉਸ ਦੇ ਉੱਪਰ ਹੈ, ਮੈਂ ਹਰ ਇੱਕ ਦੀ ਰਿਸਪੈਕਟ ਕਰਨ ਨੂੰ ਤਿਆਰ ਹਾਂ। ਪਰ ਜਦੋਂ ਕੋਈ ਮੇਰਾ ਹੱਕ ਮਾਰੂਗਾ ਫਿਰ ਮੈਂ ਪੰਜਾਬੀ ਹਾਂ। ਨਹੀਂ ਬਿਲਕੁਲ ਠੀਕ ਹੈ। ਠੀਕ ਹੈ, ਜੇ ਮੈਨੂੰ ਮੇਰਾ ਹੱਕ ਨਹੀਂ ਮਿਲਦਾ ਫਿਰ ਮੈਂ ਕੀ ਕਰੂੰਗਾ? ਜਦੋਂ ਤੁਸੀਂ ਮੈਨੂੰ ਇਸ ਕਰਕੇ ਟਾਰਗੇਟ ਕਰੀ ਜਾ ਰਹੇ ਹੋ, ਜਾਂ ਤਾਂ ਫਿਰ ਮੇਰਾ ਤੁਸੀਂ ਮੈਨੂੰ ਲਿਖ ਕੇ ਦੇ ਦਿਓ ਕਿ ਯਾਰ ਤੂੰ ਡਿਜ਼ਰਵ ਨਹੀਂ ਕਰਦਾ, ਤੈਨੂੰ ਪ੍ਰਮੋਸ਼ਨ ਨਹੀਂ ਦੇ ਰਹੇ ਜੀ। ਇੰਨਾ ਕੰਮ ਕਰਕੇ ਮੈਂ ਕਹਾਂਗੇ ਜੇ ਮੈਨੂੰ ਅੱਜ ਮੈਨੂੰ ਜੌਬ ਲੈਣੀ ਔਖੀ ਹੈਗੀ ਤੇ ਫਿਰ ਅੱਛਾ ਤੁਸੀਂ ਇੱਕ ਦੱਸੋ, ਤੁਸੀਂ 18 ਤਰੀਕ ਤੱਕ ਦਾ ਅਲਟੀਮੇਟ ਦਿੱਤਾ? 18 ਤਰੀਕ ਨੂੰ 3 ਸਾਲ ਪੂਰੇ ਹੋ ਜਾਣਗੇ। ਅੱਛਾ, ਉਸ ਤੋਂ ਬਾਅਦ ਅਲਟੀਮੇਟਮ ਦੇ ਕੇ ਤੁਸੀਂ ਮੈਂ 18 ਤਰੀਕ ਨੂੰ ਬਹਿ ਜਾਣਾ ਧਰਨੇ ਤੇ। ਅੱਛਾ, ਇੱਕ ਥੋੜੀ ਜਿਹੀ ਹੋਰ ਇਹ ਨੁਕਤਾਗਿਰੀ ਦੱਸੋ ਵੀ ਉਹ ਜਿਹੜਾ ਇਹਨਾਂ ਵਖਵਾ ਪੈ ਗਿਆ, ਕਿਹੜਾ ਨੁਕਤਾ ਵਰਤ ਰਹੇ ਨੇ? ਕਿਉਂਕਿ ਇੰਨੇ ਚਿਰ ਦੀ ਫਾਈਲ ਪਈ ਹੈ ਉੱਥੇ, ਰੁਕੀ ਪਈ ਹੈ, ਕੀ ਕਰਨਾ ਉਹਨੂੰ? ਕਿਹੜੇ ਨੁਕਤੇ ਛੱਡ? ਨੁਕਤਾ ਤਾਂ ਅੱਜ ਲੱਭਦੇ ਫਿਰਦੇ ਆ। ਵੀਸੀ ਸਾਹਿਬ ਨੇ ਮੇਰੀ ਫਾਈਲ ਹੀ ਚੱਕ ਕੇ ਉਹਨਾਂ ਦੇ ਦਫ਼ਤਰ ਨੇ ਪਾਸੇ ਰੱਖਤੀ। 3-4 ਦਿਨ ਪਹਿਲਾਂ ਮੇਰੇ ਕੋਲ ਡਾਕੂਮੈਂਟ ਮੰਗ ਰਿਹਾ, ਕਹਿੰਦੇ ਫਾਈਲ ਹੀ ਹੈ ਨਹੀਂ। ਮੇਰੀ ਡਿਪਾਰਟਮੈਂਟ ਨੂੰ ਚਿੱਠੀ ਆਉਂਦੀ ਹੈ ਕਿ ਇਸ ਬੰਦੇ ਦੀ ਫਾਈਲ ਕਿੱਥੇ ਹੈ ਜੀ। ਮੈਨੂੰ ਪੁੱਛਦੇ ਨੇ ਕਿ ਆਹ ਕਦੋਂ ਹੋਇਆ ਸੀ, ਤੁਸੀਂ ਆਪਣੀ ਮੈਨੂੰ ਫਾਈਲ ਦੇ ਸਕਦੇ ਹੋ? ਮਤਲਬ ਕਿ ਮੇਰੀ ਤਾਂ ਫਾਈਲ ਨਹੀਂ ਸੀ ਉਹਨਾਂ ਕੋਲੇ। ਨੁਕਤਾ ਉਹਨਾਂ ਨੂੰ ਕੀ ਯਾਦ ਹੋਣਾ ਹੈ? ਤਾਂ ਰੌਲਾ ਇਹ ਹੈਗਾ ਕਿ ਜਿਵੇਂ ਤੁਸੀਂ ਜਾਣਦੇ ਹੋ ਕਿ ਇੱਥੇ ਕੁਝ ਲੋਕ ਹੈਗੇ ਜਿਹੜੇ ਕਿ ਜਦੋਂ ਉਹ ਕੋਈ ਪੋਲੀਟੀਕਲ ਪਾਰਟੀ ਹੈਵੀ ਹੁੰਦੀ ਹੈ ਉਹਦੇ ਨਾਲ ਲੜ ਜਾਂਦੇ ਨੇ। ਤਾਂ ਸਾਡੇ ਹੀ ਕੁਝ ਸੀਨੀਅਰ ਟੀਚਰ ਸਾਥੀ ਨੇ ਜਿਹੜੇ ਮਤਲਬ ਕਿ ਹੁਣ ਉਹਨਾਂ ਨੂੰ ਐਂ ਲੱਗਦਾ ਕਿ ਬੀਜੇਪੀ ਆਰਐਸਐਸ ਬਹੁਤ ਤਾਕਤ ਦੇ ਵਿੱਚ ਹੈ, ਤੁਸੀਂ ਇਹਨਾਂ ਦੀ ਚਮਚੀ ਮਾਰੋ ਤੇ ਪੰਜਾਬ ਦੀ ਕਿਸੇ ਹੋਰ ਯੂਨੀਵਰਸਿਟੀ ਦੀ ਵਾਈਸ ਚਾਂਸਲਰਸ਼ਿਪ ਕੁੱਟ ਲਓ। ਵਾਈਸ ਚਾਂਸਲਰ ਹਮੇਸ਼ਾ ਐਂ ਹੀ ਲੱਗਦੇ ਆ। ਮੈਂ ਇੱਕ ਯੂਨੀਵਰਸਿਟੀ ਦੀ ਗੱਲ ਨਹੀਂ ਕਰਦਾ, ਤੁਹਾਨੂੰ ਕਿਸੇ ਪੋਲੀਟੀਕਲ ਪਾਰਟੀ ਦੇ ਥੱਲੇ ਜਾ ਕੇ ਪੂਛ ਹਿਲਾਉਣੀ ਪੈਂਦੀ ਹੈ ਤੇ ਤੁਹਾਨੂੰ ਵਾਈਸ ਚਾਂਸਲਰ ਜੇ ਤੁਸੀਂ ਡਿਜ਼ਰਵ ਨਹੀਂ ਕਰਦੇ। ਡਿਜ਼ਰਵਿੰਗ ਬੰਦਾ ਤਾਂ ਕਦੇ ਜਾ ਕੇ ਅਪਲਾਈ ਵੀ ਨਹੀਂ ਕਰਦਾ ਹੈ ਨਾ। ਡਿਜ਼ਰਵਿੰਗ ਬੰਦੇ ਅੱਜ ਤੱਕ ਇਹ ਰਵਾਇਤ ਹੈ ਕਿ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਅਪਲਾਈ ਨਹੀਂ ਕਰਦੇ, ਉਹ ਲੱਭੇ ਜਾਂਦੇ ਆ। ਹਾਂ ਵੀ ਕਿਹੜਾ ਸਾਡੇ ਮੁਤਾਬਕ ਚੱਲੇ। ਹਾਂ ਨਹੀਂ ਕਿ ਮੁਤਾਬਕ ਨਹੀਂ, ਕਿਹੜਾ ਪੰਜਾਬ ਯੂਨੀਵਰਸਿਟੀ ਦੀ ਟ੍ਰੈਡੀਸ਼ਨ ਰਹੀ ਹੈ ਕਿ 4-5 ਬੰਦੇ ਵਧੀਆ ਛਾਂਟੇ ਜਾਂਦੇ ਆ ਕਿ ਠੀਕ ਹੈ ਯਾਰ ਇਹ ਬੰਦੇ ਸਾਡੀ ਯੂਨੀਵਰਸਿਟੀ ਨੂੰ ਚਲਾ ਸਕਦੇ, ਉਹਨਾਂ ਨੂੰ ਅਪਰੋਚ ਕੀਤੀ ਜਾਂਦੀ ਹੈ। ਤਾਂ ਹੁਣ ਮਤਲਬ ਕਿ ਇੱਕ ਇਹੋ ਜਿਹਾ ਸਿਸਟਮ ਬਣ ਗਿਆ, ਜਿਹੜਾ ਬੰਦਾ ਡਿਜ਼ਰਵ ਨਹੀਂ ਕਰਦਾ ਵਾਈਸ ਚਾਂਸਲਰ ਲੱਗਣਾ, ਫਿਰ ਉਹਦਾ ਤਰੀਕਾ ਇਹੀ ਹੈ ਕਿ ਤੁਸੀਂ ਸੈਂਟਰ ਦੀ ਜਿਹੜੀ ਵੀ ਪਾਰਟੀ ਤਾਕਤ ਦੇ ਵਿੱਚ ਹੈ ਉਹਦੀ ਚਮਚੀ ਮਾਰੋ ਤੇ ਫਿਰ ਤੁਹਾਨੂੰ ਉਹ ਕਿਤੇ ਨਾ ਕਿਤੇ ਵਾਈਸ ਚਾਂਸਲਰ ਲਾ ਦੂ। ਤੇ ਇੱਕ ਇਹੋ ਜਿਹਾ ਬੰਦਾ ਹੈਗਾ, ਹੁਣ ਯੂਨੀਵਰਸਿਟੀ 'ਚ ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਤਾਂ ਉਸ ਬੰਦੇ ਨੇ ਖੁਸ਼ ਕਰਨਾ ਉਹਨੂੰ। 4-5 ਬੰਦੇ ਮੇਰੇ ਵਰਗੇ ਝਟਕਾਣੇ ਪੈਣਗੇ ਜਿਹੜੇ ਬੋਲਦੇ ਆ ਮਤਲਬ ਕਿ ਜੇ ਕਦੇ ਕੋਈ ਵੀ ਇਸ਼ੂ ਆਉਂਦਾ ਅਸੀਂ ਖੜ ਜਾਂਦੇ ਹਾਂ ਪੰਜਾਬ ਦੇ ਨਾਲ ਤੇ ਉਹਨਾਂ ਕੋਈ ਝਟਕਾਣਾ ਉਹ ਮੇਰੇ ਵਰਗਾ ਬੰਦਾ ਝਟਕਾ ਸਕਦਾ। ਤਾਂ ਮੇਰੇ ਤੇ ਇੱਕ objection ਲਾਤਾ ਉਹਨੇ ਕਿ ਮੇਰਾ ਸਕੋਰ ਨਹੀਂ ਪੂਰਾ ਹੁੰਦਾ। ਮੈਂ 5 ਮਹੀਨੇ ਦੀ ਵਿਦਆਊਟ ਪੇ ਛੁੱਟੀ ਸੀ। ਇਹ ਬੇਸਿਕਲੀ ਮੇਰੀ ਪ੍ਰਮੋਸ਼ਨ ਦਾ ਮਸਲਾ ਡੀਐਮ ਕਾਲਜ ਮੋਗੇ ਦਾ ਮਸਲਾ ਹੈ। ਉਦੋਂ ਮੈਂ ਉੱਥੇ ਸੀਗਾ, ਮੈਂ ਉਹ ਬੈਕ ਡੇਟ ਤੋਂ ਮੰਗ ਰਿਹਾ ਤੇ ਉੱਥੇ 5 ਮਹੀਨੇ ਦੀ ਇੱਕ ਵਿਦਆਊਟ ਪੇ ਛੁੱਟੀ ਹੈ। ਤਾਂ ਹੁਣ ਰੂਲ ਇਹ ਹੈ ਕਿ ਜੇ ਕਿਸੇ ਬੰਦੇ ਨੇ ਵਿਚਕਾਰ ਵਿਦਆਊਟ ਪੇ ਛੁੱਟੀ ਲੈ ਲਈ ਉਹਦਾ ਸਕੋਰ ਨਹੀਂ ਪੂਰਾ ਹੋ ਸਕਦਾ ਤੇ ਉਹ 5 ਮਹੀਨੇ ਕੱਟੇ ਜਾਣਗੇ, ਅਗਲੇ 5 ਮਹੀਨੇ ਜੋੜ ਕੇ ਸਕੋਰ ਪੂਰਾ ਹੋ ਜਾਊਗਾ ਤੇ ਕੰਮ ਖਤਮ। ਜੀ। ਉਹ ਮਹਾਸ਼ਾ ਕਹਿੰਦੇ ਕਿ ਤੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਇਹ 2 ਸਾਲ ਹੀ ਕੱਢ ਦੇ, ਪੂਰੇ 2 ਸਾਲਾਂ ਦੇ ਵਿਚਕਾਰ ਮੇਰੀ ਛੁੱਟੀ ਹੈਗੀ ਤੇ ਤੂੰ ਇਹ 2 ਸਾਲ ਆਪਣੀ ਜ਼ਿੰਦਗੀ ਚੋਂ ਕੱਢ ਦੇ। ਭਾਵ ਮੇਰੀ ਸੀਨੀਅਰਟੀ ਮੇਰੀ ਇੱਕ ਚੀਜ਼ ਦੇ ਵਿੱਚੋਂ 200 ਸਾਲ ਕੱਟਣਾ ਚਾਹੁੰਦੇ ਆ ਤੇ ਬਸ ਆਹ ਲੜਾਈ ਹੈ। ਮੈਂ ਉਹਨੂੰ ਕਹਤਾ ਕਿ ਨਹੀਂ ਤੁਸੀਂ ਮੈਨੂੰ ਲਿਖ ਕੇ ਦਿਓ, ਇਲੀਗਲ ਹੈ ਇਹ, ਇੱਦਾਂ ਹੁੰਦਾ ਨਹੀਂਗਾ। ਤਾਂ ਇਹ ਬੱਚੇ ਨੂੰ ਪਤਾ ਹੁਣ ਉਹਨਾਂ ਨੇ ਖਰਾਬ ਕਰਨਾ ਸੀਗਾ, ਲੇਕਿਨ ਹੁਣ ਮੈਨੂੰ ਪਤਾ ਲੱਗਿਆ ਕਿ ਯੂਨੀਵਰਸਿਟੀ ਖੁਦ ਮੰਨ ਰਹੀ ਹੈ ਕਿ ਸਾਡੇ ਕੋਲੋਂ ਗਲਤੀ ਹੋ ਗਈ। ਹੁਣ ਉਹ ਗਲਤੀ ਨੂੰ ਮੰਨਣ ਦੀ ਥਾਂ ਤੇ ਉਹ ਵੱਡਾ ਕਰੀ ਜਾ ਰਹੇ ਹੈ। ਯਾਨੀ ਕਿ ਗਲਤੀ ਤਾਂ ਮੰਨ ਰਹੀ ਹੈ ਕਿ ਪ੍ਰੈਸ਼ਰ ਪੈ ਰਿਹਾ, ਜਾਂ ਐਸਜੀਪੀਸੀ ਹੋ ਗਈ ਜਾਂ ਪ੍ਰੋਟੈਸਟ ਹੋਣ ਲੱਗ ਗਿਆ, ਇਹ ਸਾਰਿਆਂ ਨੇ ਦਖਲ ਦੇਤਾ ਤਾਂ ਕਰਕੇ। ਹਾਂ, ਪਰ ਪ੍ਰੈਸ਼ਰ ਦੇ ਵਿੱਚ ਉਹਨਾਂ ਨੂੰ ਇਹ ਵੀ ਸਮਝ ਆ ਗਿਆ ਵੀ ਅਸੀਂ ਬਹੁਤ ਲੀਗਲੀ ਹੱਦ ਹੋ ਗਈ ਹੁਣ। ਹਾਂ ਵੀ ਅਸੀਂ ਲੀਗਲੀ ਸਟਰੋਂਗ ਨਹੀਂ, ਅਸੀਂ ਗਲਤ ਕੀਤਾ ਹੋਇਆ। ਜਦੋਂ ਮੇਰੀ ਦੇਖੋ ਪ੍ਰੋਸੈਸ ਹੁੰਦਾ, ਇਹ ਸਕੋਰ ਚੈੱਕ ਕਰਨਾ ਤਾਂ ਬੇਸਿਕ ਕੰਮ ਹੈ, ਪਹਿਲੇ ਲੈਵਲ ਤੇ ਹੁੰਦਾ। ਉਸ ਤੋਂ ਬਾਅਦ ਤਾਂ 4 ਲੈਵਲ ਹੋਰ ਨਿਕਲ ਗਏ। 5ਵੇਂ ਲੈਵਲ ਤੇ ਮੇਰੀ ਇੰਟਰਵਿਊ ਹੋਈ। ਇੰਟਰਵਿਊ ਉੱਪਰ ਸਾਰੇ ਬੰਦਿਆਂ ਦੇ ਸਾਈਨ ਹੈ, ਇਵਨ ਉਹ ਆਬਜੈਕਸ਼ਨ ਲਾਉਣ ਵਾਲੇ ਬੰਦੇ ਦੇ ਵੀ ਸਾਈਨ ਹੈ। ਉਹ ਵੀ ਸਾਈਨ ਕਰਕੇ ਪ੍ਰੋਸੀਡਿੰਗ ਤੇ ਉਹ ਵੀ ਮੈਨੂੰ ਵਧਾਈ ਦੇ ਕੇ ਜਾਂਦਾ। ਕਮਾਲ ਦੇਖੋ। ਤੇ ਮੁੜ ਕੇ ਉਹ ਬੰਦਾ ਕੋਈ ਮਾੜਾ ਮੋਟਾ ਆਬਜੈਕਸ਼ਨ ਲਾ ਦਿੰਦਾ। ਯਾਨੀ ਕਿ ਮੰਨਿਆ ਜਾਵੇ ਤੁਹਾਡੀ ਸਾਰੀ ਗੱਲਬਾਤ ਤੋਂ ਕਿ ਕਿਤੇ ਨਾ ਕਿਤੇ ਕੋਈ ਸਿਆਸੀ ਪ੍ਰਭਾਵ ਆ, ਜਾਂ ਜਿਹੜੀ ਆਈਡੀਓਲੋਜੀ ਨਾਲ ਤੁਸੀਂ ਚੱਲਦੇ ਹੋ, ਜਿਵੇਂ ਤੁਸੀਂ ਕਿਹਾ ਵੀ ਕਿਸਾਨ ਅੰਦੋਲਨ ਨੂੰ ਤੁਸੀਂ ਸਪੋਰਟ ਕਰਦੇ ਹੋ ਜਾਂ ਇੱਕ ਨਿਊਟਰਲ ਗੱਲ ਨੂੰ ਸਪੋਰਟ ਕਰਦੇ ਹੋ, ਇਹ ਤਾਂ ਕਰਕੇ ਵਿਰੋਧ ਹੋ ਰਿਹਾ। ਹੁਣ ਆਪਾਂ ਅਸਲੀ ਮੁੱਦੇ ਵੱਲ ਆਉਂਦੇ ਹਾਂ। ਗੱਲ ਇਹ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਸਰਕਾਰਾਂ ਨੇ ਕਦੇ ਧਿਆਨ ਨਹੀਂ ਦਿੱਤਾ। ਹੋਇਆ ਕੀ ਕਿ ਲੰਬੇ ਸਮੇਂ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜੀਆਂ ਭਰਤੀਆਂ ਹੋਈਆਂ ਕਿਸੇ ਨੇ ਚੈੱਕ ਨਹੀਂ ਲਾਇਆ, ਖਾਸ ਤੌਰ ਤੇ ਪੰਜਾਬ ਸਰਕਾਰ ਨੇ। ਤੇ ਉਹਦੇ ਨਾਲ ਕੀ ਹੋਇਆ ਕਿ ਦੇਖੋ ਕੋਈ ਵੀ ਮੈਂ ਕੋਈ ਹਰਿਆਣਵੀ ਜਾਂ ਹਿਮਾਚਲੀ ਲੋਕਾਂ ਦੇ ਖਿਲਾਫ ਨਹੀਂ ਹਾਂ, ਲੇਕਿਨ ਹਰ ਇੱਕ ਕਲਚਰ ਦੇ ਕੋਲੇ ਆਪਦੀ ਇੱਕ ਯੂਨੀਵਰਸਿਟੀ ਹੁੰਦੀ ਹੈ। ਉਹ ਉਸ ਕਲਚਰ ਰੀਜਨ ਦੇ ਕਲਚਰ ਨੂੰ ਡਿਵੈਲਪ ਕਰਦੀ ਹੈ। ਹਰਿਆਣੇ ਕੋਲੇ 5 ਯੂਨੀਵਰਸਿਟੀਆਂ, ਸਾਡੇ ਕੋਲ ਤਾਂ 2 ਹੀ ਹੈ। ਹਰਿਆਣੇ ਕੋਲੇ 5 ਯੂਨੀਵਰਸਿਟੀਆਂ, ਹਿਮਾਚਲ ਕੋਲੇ ਆਪਦੀਆਂ ਯੂਨੀਵਰਸਿਟੀਆਂ। ਠੀਕ ਹੈ, ਤੇ ਉਹ ਆਪਣੇ ਕਲਚਰ ਨੂੰ ਇਨਸ਼ੋਰ ਕਰਦੀਆਂ ਕਿ ਸਾਡੇ ਬੱਚਿਆਂ ਵਿੱਚ ਉਹ ਕਲਚਰ ਚੱਲੇ। ਤੇ ਸੇਮ ਤਰੀਕੇ ਨਾਲ ਪੰਜਾਬ ਯੂਨੀਵਰਸਿਟੀ ਪੰਜਾਬੀਆਂ ਦੀ ਯੂਨੀਵਰਸਿਟੀ ਹੈ। ਤਾਂ ਇਹਦਾ ਕੰਮ ਹੈ ਕਿ ਪੰਜਾਬ ਦੇ ਕਲਚਰ ਨੂੰ ਇਨਸ਼ੋਰ ਕਰੇ, ਪੰਜਾਬੀ ਲੈਂਗੁਏਜ, ਪੰਜਾਬ ਦੇ ਕਲਚਰ ਨੂੰ ਜਿਵੇਂ ਵੀ ਪ੍ਰਮੋਟ ਕਰ ਸਕੇ ਕਰੇ, ਪੰਜਾਬ ਦੇ ਰੀਜਨ ਦੇ ਲੋਕਾਂ ਦੇ ਵਿੱਚ ਇੱਦਾਂ ਕਹੀਏ ਕਿ ਉਹਨਾਂ ਦੇ ਇੰਟੈਲੈਕਟ ਨੂੰ ਪ੍ਰਮੋਟ ਕਰੇ, ਯਾਨੀ ਉਹਦੇ ਵਜੂਦ ਨੂੰ ਲੈ ਕੇ ਚੱਲੇ। ਹਾਂ, ਤਾਂ ਹੁਣ ਜਦੋਂ ਇਸ ਯੂਨੀਵਰਸਿਟੀ ਦੇ ਵਿੱਚ
ਤੁਸੀਂ ਨੌਨ ਪੰਜਾਬੀ ਤਬਕਾ ਹੈਵੀ ਕਰਦੇ ਜਾਂਦੇ ਹੋ ਇੱਕ ਸਟੇਜ ਤੇ ਪੰਜਾਬੀ ਦੀ ਗੱਲ ਹੋਣੀ ਬੰਦ ਹੋ ਜਾਂਦੀ ਹੈ। ਹੁਣ ਤਾਂ ਇੱਥੇ ਪੰਜਾਬ ਦੇ ਵਿੱਚ ਯੂਨੀਵਰਸਿਟੀ ਵਿੱਚ ਤਾਂ ਪੰਜਾਬੀ ਲੱਭਦੇ ਨਹੀਂ, ਬਹੁਤ ਘੱਟ ਗਏ ਪੰਜਾਬੀ। ਠੀਕ ਹੈ, ਮੈਂ ਫਿਰ ਕਹਿਣਾ ਕਿ ਮੈਂ ਐਜੂਕੇਸ਼ਨ ਦੇ ਵਿੱਚ ਧਰਮਾਂ ਨੂੰ ਜਾਂ ਇਦਾਂ ਦੇ ਕਲਚਰਾਂ ਨੂੰ ਵਿੱਚ ਫਿਕਸ ਕਰਨ ਦੇ ਹੱਕ 'ਚ ਨਹੀਂ ਆ, ਪਰ ਜਦੋਂ ਟਾਰਗੇਟ ਹੋਣ ਲੱਗ ਪੈਂਦੇ ਆ ਪਰਸਨਲੀ, ਜਦੋਂ ਫਿਰ ਸੋਚਣ ਲਈ ਮਜਬੂਰ ਹੋ ਜਾਂਦਾ। ਅੱਜ ਜਦੋਂ ਦੇ ਵੀਸੀ ਸਾਹਿਬ ਆਏ ਹੈਗੇ ਜਾਂ ਇਹ ਸਾਰੇ ਦਾ ਸਾਰਾ ਨਵਾਂ ਆਈਡੀਓਲੋਜੀਕਲ ਆਰਐਸਐਸ ਆਈਡੀਓਲੋਜੀ ਆਈ ਹੈ, ਤੁਸੀਂ ਦੇਖ ਲਓ ਕਿ ਪੰਜਾਬ ਯੂਨੀਵਰਸਿਟੀ ਦੀਆਂ ਸਾਰੀਆਂ ਟੌਪ ਮੋਸਟ ਪੋਸਟਾਂ ਤੋਂ ਸਿੱਖ ਚੁੱਕ ਕੇ ਸਾਰੇ ਪਾਸੇ ਕਰਤੇ। 13 ਪੋਸਟਾਂ ਇਹਦੇ ਵਿੱਚ ਯੂਨੀਵਰਸਿਟੀ ਨੂੰ ਚਲਾਉਣ ਵਾਲੀਆਂ, ਜਿਨ੍ਹਾਂ ਨੂੰ ਅਸੀਂ ਕਹਿ ਦਿੰਦੇ ਹਾਂ ਕਿ ਟੌਪ ਮੋਸਟ ਪੋਸਟਾਂ। ਉੱਥੇ ਪੰਜਾਬੀ ਹੈ ਨਹੀਂ, ਪੰਜਾਬੀ ਤਾਂ 2 ਆ ਤੇ ਸਿੱਖ ਤਾਂ 1 ਵੀ ਨਹੀਂ। ਜਦੋਂ ਕਿ ਹੁਣ ਤੱਕ ਪਾਰਟ ਇਹ ਰਿਹਾ ਕਿ 4 ਸਿੱਖ ਤੇ 6-7 ਪੰਜਾਬੀ ਹਮੇਸ਼ਾ ਹੀ ਰਹੇ ਆ। ਹੋਣੇ ਵੀ ਚਾਹੀਦੇ ਆਪਣੇ। ਅਤੇ ਫਿਰ ਜੇ ਸਾਡੇ ਰੀਜਨ 'ਚ ਅਸੀਂ ਨਹੀਂ ਤਾਂ ਫਿਰ ਹੋਰ ਕੌਣ? ਫਿਰ ਤੁਸੀਂ ਜੇ ਸਾਡੇ ਰੀਜਨ ਦੇ ਵਿੱਚ ਲਿਆ ਕੇ ਵੀ ਤਾਮਿਲ ਤੇ ਬੰਗਾਲ ਅਸੀਂ ਕਹਿੰਦੇ ਹਾਂ ਕਿ ਅਸੀਂ ਉਹਨਾਂ ਦੇ ਵਿਰੋਧੀ ਨਹੀਂ ਹੈ, ਸਾਡਾ ਦੇਸ਼ ਹੈ, ਸਾਡੇ ਦੇਸ਼ ਦੇ ਨਾਗਰਿਕ ਹੈ, ਪਰ ਸਾਨੂੰ ਕਿੰਨੀ ਕੁ ਨੌਕਰੀ ਦਿੰਦੇ ਆ? ਪਰ ਸਾਡਾ ਹੱਕ ਤਾਂ ਰੱਖੋ ਨਾ ਜਾਨੀ। ਹਾਂ, ਪਰ ਅਸੀਂ ਜੇ ਆਪਣੇ ਸਟੇਟ 'ਚੋਂ ਅਸੀਂ ਆਪਣੇ ਸੂਬਿਆਂ 'ਚੋਂ ਚੱਕ ਕੇ ਬਾਹਰ ਮਾਰਾਂਗੇ, ਅਸੀਂ ਸਾਨੂੰ ਮਾਰਨਗੇ, ਫਿਰ ਸਾਡੇ ਕੋਲ ਬਚਦਾ ਕੀ ਹੈ? ਹਾਂ, ਫਿਰ ਵਿਰੋਧ ਤਾਂ ਉੱਠੂਗਾ। ਹਾਂ, ਫਿਰ ਵਿਰੋਧ ਉੱਠੂਗਾ। ਇਹੀ ਵਿਰੋਧ ਯੂਨੀਵਰਸਿਟੀ ਵਿੱਚ ਚੱਲਦਾ ਪਿਆ। ਜਿਹੜੀ ਯੂਨੀਵਰਸਿਟੀ ਹੁਣ, ਕਿਉਂਕਿ ਇੱਕ ਵਾਰੀ ਮੁੱਦਾ ਮੈਂ ਚੱਕ ਲਿਆ ਤੇ ਹੁਣ ਮਗਰ ਕਿੰਨੇ ਹੀ ਲੋਕ ਉੱਥੇ ਬੋਲਣੇ ਸ਼ੁਰੂ ਹੋ ਚੁੱਕੇ ਨੇ, ਤੇ ਜਾਨੀ ਇਹ ਵਧੇਗਾ ਵਿਰੋਧ। ਤੇ ਤੁਹਾਡਾ 18 ਦਾ ਅਲਟੀਮੇਟ? ਮੈਂ ਤਾਂ ਦੇਖੋ, ਮੇਰੀ ਲੜਾਈ ਤਾਂ ਹੁਣ ਆਪਦੀ ਲੜਾਈ ਹੈ। ਇਹ ਤੁਹਾਡੇ ਨਾਲ ਆ ਜਾਣਗੇ ਜਦੋਂ ਇੱਕ ਬੰਦਾ ਅੱਗੇ ਲੱਗ ਜਾਂਦਾ ਤਾਂ ਫਿਰ ਲੜਾਈ ਸਾਰਿਆਂ ਦੀ ਬਣਦੀ ਹੈ। ਡਰ ਤਾਂ ਨਿਕਲ ਹੀ ਆਉਂਦਾ। ਲਿਬਰੇਟ ਸਾਹਿਬ, ਮੈਂ ਜਦੋਂ ਇਹ ਲੜਾਈ ਸ਼ੁਰੂ ਕੀਤੀ ਸੀ, ਮੈਂ ਇਹ ਸੋਚ ਕੇ ਨਹੀਂ ਕੀਤੀ ਸੀ ਕਿ ਮੈਨੂੰ ਮੇਰੇ ਮਗਰ ਲੋਕ ਆਣਗੇ। ਮੇਰੀ ਇੰਨੀ ਕੀ ਸੋਚ ਸੀਗੀ ਕਿ ਮੇਰੇ ਨਾਲ ਧੱਕਾ ਹੋਇਆ, ਔਰ ਬੀਇੰਗ ਪੰਜਾਬੀ, ਤੁਹਾਨੂੰ ਪਤਾ ਪੰਜਾਬੀ ਇੱਕ ਸਟੇਜ ਤੱਕ ਬਰਦਾਸ਼ਤ ਕਰਦਾ। ਮੈਂ ਸੋਚਿਆ ਹੀ ਨਹੀਂ ਕਿ ਮੇਰੇ ਮਗਰ ਕੌਣ ਆਊਗਾ, ਕੋਈ ਨਹੀਂ ਆਊਗਾ। ਆਪਾਂ ਲੜਾਈ ਛੇੜਤੀ, ਦੇਖੀ ਜਾਊਗੀ। ਹੁਣ ਵੱਧ ਤੋਂ ਵੱਧ ਕੀ ਕਰਨਗੇ, ਕੱਢ ਦੇਣਗੇ। ਕੋਈ ਕੇਲੇ ਚਲੇ ਥੇ ਕਾਰਮਾ ਬਣ ਗਏ। ਹਾਂ, ਤੇ ਜ਼ਿੰਦਗੀ ਕੋਈ ਨੌਕਰੀਆਂ ਤੇ ਤਾਂ ਖੜੀ ਨਹੀਂ, ਤੁਹਾਨੂੰ ਪਤਾ ਜ਼ਿੰਦਗੀ 'ਚ। ਜੀ। ਨਾਲੇ ਤੁਸੀਂ ਤਾਂ ਵੈਸੇ ਵੀ ਜਿਹੜੇ ਪੇਸ਼ੇ ਨਾਲ ਜੁੜੇ ਹੋ, ਜਿਹੜੇ ਭਾਵ ਨਾਲ ਜੁੜੇ ਹੋਏ ਆ, ਉਹਦੇ ਲਈ ਤਾਂ ਖੁੱਲ੍ਹਾ ਆਸਮਾਨ ਹੁੰਦਾ, ਪਰ ਫਿਰ ਵੀ ਇਹ ਗੱਲ ਕਰਨੀ ਪੈਂਦੀ ਹੈ ਆਪਾਂ ਨੂੰ ਨੌਕਰੀਆਂ ਦੀ। ਅੱਛਾ, ਹੁਣ ਜਿਵੇਂ ਤੁਹਾਡੇ ਇਹ ਮਤਭੇਦ ਦੇ ਮਸਲੇ ਆ ਗਏ, ਦਰਕਨਾਰ ਕਰਨ ਦੇ ਮਸਲੇ ਆ ਗਏ, ਇਹ ਵੱਧ ਗਏ, ਕਿਹੜੇ ਕਾਰਨ ਵੱਧ ਗਏ, ਤੁਸੀਂ ਸਾਰਾ ਵਿਖਿਆਨ ਕਰਤਾ। ਹੁਣ ਇੱਕ ਚਾਂਸਲਰ ਦੀ ਰਿਪੋਰਟ ਆਈ ਹੈ, ਸੈਨੇਟ ਦੀ ਚੋਣ ਤੇ ਸਵਾਲ ਉੱਠ ਰਹੇ ਨੇ, ਉਹ ਬੰਦ ਕਰ ਰਹੇ ਨੇ ਸੈਨੇਟ ਨੂੰ, ਯਾਨੀ ਕਿ ਨਵਾਂ ਹੀ ਰੂਪ ਦੇਣਾ ਚਾਹੁੰਦੇ ਨੇ। ਇਹਦੇ ਪ੍ਰਤੀ ਤੁਸੀਂ ਕੀ? ਇਹ ਉਹੀ ਸਾਜ਼ਿਸ਼ ਹੈ ਜਿਹੜੀ ਮੈਂ ਕਹਿ ਰਿਹਾ ਕਿ ਇਹ ਉਸੇ ਦਾ ਇੱਕ ਹਿੱਸਾ ਹੈ। ਹਾਂ, ਇਹ ਯੂਨੀਵਰਸਿਟੀ ਨੂੰ ਕਬਜ਼ਾ ਕਰਨ ਦੀ ਭਾਵਨਾ ਹੈ। ਜਦੋਂ ਦੀ ਭਾਜਪਾ ਆਈ, ਦੇਖੋ ਬਹੁਤ ਦੇਰ ਤੋਂ ਮੰਗ ਚੱਲਦੀ ਪਈ ਹੈ ਕਿ ਇਸ ਯੂਨੀਵਰਸਿਟੀ ਨੂੰ ਸੈਂਟਰਲਾਈਜ਼ ਕਰ ਦਿਓ, ਕੇਂਦਰ ਦੀ ਯੂਨੀਵਰਸਿਟੀ ਕਰ ਲਿਓ। ਇਸ ਨੂੰ ਹਵਾ ਦੇਣ ਦੇ ਵਿੱਚ ਉਹੀ ਜਿਹੜੀ ਨਾਨ ਪੰਜਾਬੀ ਲੌਬੀ ਅੰਦਰ ਹੈਵੀ ਹੋਊਗੀ, ਉਹ ਹੈ। ਦੇਖੋ, ਸਾਨੂੰ ਤਾਂ ਸਾਡੀ ਤਨਖਾਹ ਨਾਲ ਮਤਲਬ ਹੈ। ਨੌਕਰੀ ਵਾਲੇ ਬੰਦੇ ਦੀ ਇਹ ਹੁੰਦੀ ਹੈ ਵੀ ਦੁਨੀਆ ਨੂੰ ਅੱਗ ਲੱਗਦੀ ਹੈ, ਲੱਗ ਜੇ, ਮੈਨੂੰ ਮੇਰੀ ਤਨਖਾਹ ਮਿਲਣੀ ਚਾਹੀਦੀ, ਟਾਈਮ ਤੇ ਤਨਖਾਹ ਮਿਲੇ। ਤੇ ਜੇ ਉਹਨਾਂ ਨੂੰ ਪਤਾ ਵੀ ਸੈਂਟਰ ਦੀ ਯੂਨੀਵਰਸਿਟੀ ਹੋਗੀ ਤਾਂ ਫਿਰ ਸਾਨੂੰ ਤਨਖਾਹ ਟਾਈਮ ਤੇ ਮਿਲੂਗੀ। ਹਾਲਾਂਕਿ ਤਨਖਾਹ ਹੁਣ ਵੀ ਟਾਈਮ ਤੇ ਮਿਲਦੀ ਹੈ, ਲੇਕਿਨ ਕੀ ਹੈ ਕਿ ਜਿਵੇਂ 7ਵਾਂ ਪੇ ਕਮਿਸ਼ਨ ਲੱਗ ਗਿਆ, 6ਵਾਂ ਪੇ ਕਮਿਸ਼ਨ ਲੱਗ ਗਿਆ, ਉਹ ਮਿੰਟ 'ਚ ਲੱਗ ਜਾ ਕਰਨਗੇ ਜੀ। ਤੇ ਆਫ ਕੋਰਸ ਸੈਂਟਰ ਗਵਰਨਮੈਂਟ ਦੇ ਹੋਣ ਕਰਕੇ ਤੁਸੀਂ ਸੈਂਟਰ ਦੇ ਗਵਰਨਮੈਂਟ ਦੇ EMPLOYE ਹੋ, ਤਾਂ ਸਾਡੇ ਅੰਦਰ ਵੀ ਇੱਕ ਲੌਬੀ ਬੈਠੀ ਹੈ ਜਿਹੜੀ ਕਿ ਹਰ ਵਾਰ ਕਹਿ ਦਿੰਦੀ ਹੈ ਇਸ ਨੂੰ ਯੂਨੀਵਰਸਿਟੀ ਨੂੰ ਸੈਂਟਰਲਾਈਜ਼ ਯੂਨੀਵਰਸਿਟੀ ਕਰੋ। ਮੈਂ 14 'ਚ ਇੱਥੇ ਆਇਆ ਸੀ ਤੇ ਪਹਿਲੀ ਵਾਰੀ ਜਦੋਂ ਪੁੱਟਾ ਦੀ ਮੀਟਿੰਗ ਚੱਲ ਰਹੀ ਸੀ, ਉੱਥੇ ਵਾਹਵਾ ਸਾਰੇ ਗਰੁੱਪ ਦੀ ਮੀਟਿੰਗ 50-60 ਬੰਦੇ ਬੈਠੇ ਹੈਗੇ, ਤੇ ਉੱਥੇ ਗੱਲ ਚੱਲ ਪਈ ਕਿ ਇਹਨੂੰ ਯੂਨੀਵਰਸਿਟੀ ਨੂੰ ਜੀ ਮੰਗ 'ਚ ਸ਼ਾਮਲ ਕਰੋ ਕਿ ਅਸੀਂ ਇਹਨੂੰ ਸੈਂਟਰਲਾਈਜ਼ ਕਰਨਾ। ਮੈਂ ਹੱਸ ਪਿਆ, ਮੈਂ ਕਿਹਾ ਤੁਸੀਂ ਇਹਨੂੰ ਤੁਸੀਂ ਵਾਰੀ ਵਾਦਾ ਕਰ ਲੈਂਦੇ ਹੋ ਵੀ ਵੋਟ ਸਾਨੂੰ ਪੁੱਟਾ ਸਾਡੀ ਜਿਹੜੀ ਬਾਡੀ ਹੈਗੀ ਵੀ ਸੈਂਟਰਲਾਈਜ਼ ਕਰੋ, ਤੁਸੀਂ ਸੈਂਟਰਲਾਈਜ਼ ਕਿਵੇਂ ਕਰੋਗੇ? ਕਹਿੰਦੇ ਜੀ ਅਸੀਂ ਸਟਰਗਲ ਕਰਾਂਗੇ। ਮੈਂ ਕੀ ਸਟਰਗਲ ਕਰੋਗੇ ਜੀ? ਤੁਹਾਨੂੰ ਪਤਾ ਨਾ ਕਿ ਤੁਹਾਨੂੰ ਪੰਜਾਬ ਸਰਕਾਰ ਤੋਂ NOC ਚਾਹੀਦਾ, ਕਹਿੰਦੇ ਸਾਨੂੰ ਪਤਾ ਹੈ। ਤੇ ਮੈਂ ਕਿਹਾ ਪੰਜਾਬ ਸਰਕਾਰ NOC ਕਿਉਂ ਦੇਊਗੀ ਤੁਹਾਨੂੰ? ਜੇ ਪੰਜਾਬ ਸਰਕਾਰ NOC ਦੇਊਗੀ, ਜਿਹੜੀ ਵੀ ਸਰਕਾਰ ਹੋਊਗੀ, ਭਾਵੇਂ ਅਕਾਲੀ ਹੋਣ ਭਾਵੇਂ ਕਾਂਗਰਸੀ ਹੋਣ, ਦੂਜੀਆਂ ਪਾਰਟੀਆਂ ਬੈਂਡ ਵਜਾ ਦੇਣਗੀਆਂ। ਯੂਨੀਵਰਸਿਟੀ ਛੱਡਣ ਦੀ ਗੱਲ ਕਰ ਰਹੇ ਹੋ ਤੁਸੀਂ, ਪੰਜਾਬ ਦੀ ਯੂਨੀਵਰਸਿਟੀ, ਤੁਹਾਨੂੰ ਲੱਗਦਾ ਕੋਈ ਛੱਡਣ ਦੇਊਗਾ? ਫਿਰ ਹੁਣ ਕੀ ਹੈਗਾ ਕਿ ਉਹ ਲੌਬੀ ਬਾਹਰ ਰੌਲਾ ਪਾਣਾ ਸ਼ੁਰੂ ਕਰ ਦਿੰਦੀ, ਯਾਨੀ ਛੋਟੇ ਲਾਹਿਆਂ ਕਰਕੇ ਇਹੋ ਜਿਹੀਆਂ ਮੰਗਾਂ ਵੀ ਬਣਾ ਲੈਂਦੇ ਆ 100%। ਤੇ ਫਿਰ ਜਦੋਂ ਮੈਂ ਬੋਲਣਾ ਸ਼ੁਰੂ ਕੀਤਾ ਉੱਥੇ, ਤਾਂ ਫਿਰ ਉਦੋਂ ਖੜਕਣਾ ਸ਼ੁਰੂ ਹੋ ਗਿਆ। ਮੈਂ ਤਾਂ 14 ਦਾ ਹੀ ਰੜਕ ਰਿਹਾ ਇਹਨਾਂ ਨੂੰ, ਮੈਨੂੰ ਪਤਾ ਇਹ 14 ਤੋਂ ਚੱਲਦਾ ਪਿਆ। ਇਹਨਾਂ ਨੇ ਤਾਂ ਇੱਕ ਦਿਨ ਡਿਕਲੇਅਰ ਵੀ ਕਰਤਾ ਸੀ, ਕਿਸਾਨ ਅੰਦੋਲਨ ਤੋਂ ਥੋੜ੍ਹੀ ਦੇਰ ਪਹਿਲਾਂ ਦੀ ਗੱਲ ਆ, ਉਹਨਾਂ ਨੇ ਮਤਲਬ ਕਿ ਡਿਕਲੇਅਰ ਕਰਤਾ ਸੀ ਕਿ ਸੈਂਟਰ ਦੀ ਯੂਨੀਵਰਸਿਟੀ ਹੋਗੀ, ਕਿਉਂਕਿ ਉਸ ਵੇਲੇ ਤੁਹਾਨੂੰ ਪਤਾ ਭਾਜਪਾ ਤਾਕਤ ਦੇ ਦਮ ਤੇ ਸਭ ਕੁਝ ਕਰੀ ਜਾ ਰਹੀ ਹੈ। ਧਾਰਾ 370 ਉਡਾ ਕੇ ਉਹ ਮਾਰੀ, ਜੋ 3 ਤਲਾਕ ਜੋ ਉਹਨਾਂ ਦਾ ਦਿਲ ਆਇਆ ਕਰੀ ਜਾ ਰਹੇ ਸੀ। ਇਹ ਤਾਂ ਕਿਸਾਨਾਂ ਨੇ ਅੱਗੇ ਹੋ ਕੇ ਰੱਥ ਰੋਕ ਲਿਆ, ਤੇ ਉਹਦੇ ਚੱਕਰ ਦੇ ਵਿੱਚ ਆ ਵੀ ਰੁਕ ਗਈ। ਉਹਨਾਂ ਨੇ ਫਿਰ ਆ ਵੀ ਨਹੀਂ ਕਰ ਪਾਏ, ਤਾਂ ਫਿਰ ਉਹਨਾਂ ਨੇ ਇੱਕ ਨਵੀਂ ਤਰਕੀਬ ਖੇਡੀ। 2020 ਦੇ ਵਿੱਚ ਇੱਕ ਨਵੀਂ ਐਜੂਕੇਸ਼ਨ ਪਾਲਿਸੀ ਆਉਂਦੀ ਹੈ, ਹਾਂਜੀ, ਸਿੱਖਿਆ ਨੀਤੀ, ਨਿਊ ਐਜੂਕੇਸ਼ਨ ਪਾਲਿਸੀ 2020 ਕਿਹਾ ਜਾਂਦਾ ਹੈ। ਉਹਦੇ ਤਹਿਤ ਇੱਕ ਚਿੱਠੀ ਜਿਹੜੀ ਹੈਗੀ 5-6 ਯੂਨੀਵਰਸਿਟੀਆਂ ਨੂੰ, ਕਈ ਯੂਨੀਵਰਸਿਟੀਆਂ ਨੂੰ ਭੇਜੀ ਜਾਂਦੀ ਹੈ ਕਿ ਤੁਸੀਂ ਆਪਣੇ ਰਿਫਾਰਮਸ ਕਰੋ ਇਹਦੇ ਵਿੱਚ, ਤੇ ਰਿਫਾਰਮਸ ਦੇ ਨਾਮ ਦੇ ਉੱਪਰ ਪੰਜਾਬ ਯੂਨੀਵਰਸਿਟੀ ਦੇ ਰਿਫਾਰਮਸ ਸ਼ੁਰੂ ਹੋ ਜਾਂਦੇ ਆ, ਯਾਨੀ ਸੁਧਾਰਾਂ ਦੇ ਨਾਂ ਤੇ ਖਤਮ ਕਰਨ ਦੀ। ਹਾਂ, ਉਹ ਕਿਸਾਨ ਬਿੱਲ ਵੀ ਸੇਮ ਹੀ ਸੀ ਨਾ, ਵੀ ਤੁਹਾਡਾ ਸੁਧਾਰ ਕਰ ਰਹੇ ਹਾਂ ਜੀ। ਬੰਦਾ ਕਹਿੰਦਾ ਮੈਨੂੰ ਨਹੀਂ ਸੁਧਾਰ ਚਾਹੀਦੇ, ਉਹ ਕਹਿੰਦੇ ਅਸੀਂ ਕਰਨਾ, ਤਾਂ ਫਿਰ ਉਹ ਯੂਨੀਵਰਸਿਟੀ 'ਚ ਵੜ ਗਿਆ, ਹੁਣ ਤੁਹਾਡਾ ਸੁਧਾਰ ਕਰਨਾ। ਤਾਂ ਫਿਰ ਸੁਧਾਰ ਦੇ ਨਾਮ ਦੇ ਉੱਪਰ ਇੱਕ ਕਮੇਟੀ ਬਣੀ 11 ਮੈਂਬਰਾਂ ਦੀ,
ਉਹਦੇ ਵਿੱਚ 9 ਤਾਂ ਟੋਟਲੀ ਹੀ ਜਿਹੜੇ ਸੀਗੇ ਮਤਲਬ ਕਿ ਇਦਾਂ ਕਹ ਲਓ ਭਾਜਪਾ ਦੇ ਬੰਦੇ ਸੀਗੇ। ਜਿਹੜੀ ਚਾਂਸਲਰ ਕਮੇਟੀ ਦੀ ਗੱਲ ਕਰਦੇ ਹਾਂ, ਚਾਂਸਲਰ ਕਮੇਟੀ ਰਿਪੋਰਟ ਆਈ ਜਿਹੜੀ, ਉਹਦੇ ਵਿੱਚ 2 ਪੰਜਾਬ ਸਰਕਾਰ ਦੇ ਨੋਮੀ ਸੀਗੇ। ਸ਼ਰਤ ਇਹ ਸੀਗੀ ਇੱਕ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਹੋਣਾ ਚਾਹੀਦਾ, ਔਰ ਉੱਤੋਂ ਬਣ ਕੇ ਆਈ ਸੀ ਤਾਂ ਉਹ ਜਿਹੜੇ ਜਸਪਾਲ ਸਿੰਘ ਜੀ ਹੈਗੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਾਲੇ, ਉਹ ਮੈਂਬਰ ਬਣਾਤੇ। ਉਹ UGC ਤੋਂ ਆਏ ਨੇ, ਦਿੱਲੀ ਵਾਪਸ ਜਾਣਾ ਚਾਹੁੰਦੇ ਨੇ, ਉਹਨਾਂ ਨੂੰ ਪੰਜਾਬ ਨਾਲ ਕੋਈ ਮਤਲਬ ਹੈ ਨਹੀਂਗਾ। ਪੰਜਾਬੀ ਯੂਨੀਵਰਸਿਟੀ ਦੇ ਵੀ ਰਹੇ ਆ VC ਮਤਲਬ। ਹਾਂ, ਤੇ ਮੁੜ ਕੇ ਉਹਨਾਂ ਨੇ ਉਹ ਇੱਕ ਸੀਗੇ, ਉਹਨਾਂ ਨੇ ਤਾਂ ਪੜ੍ਹਿਆ ਹੀ ਨਹੀਂ, ਚੁੱਪ ਕਰਕੇ ਸਾਈਨ ਕਰਤੇ, ਤੇ ਸਾਰੀ ਰਿਪੋਰਟ ਜਿਹੜੀ ਸੀ ਉਹ ਲੰਘ ਗਈ। ਕੈਪਟਨ ਸਾਹਿਬ ਦੇ ਦਫ਼ਤਰ 'ਚ ਗਈ, ਕੈਪਟਨ ਸਾਹਿਬ ਦੇ ਉਹਨਾਂ ਨੇ ਵੀ ਕਹਿਤਾ ਜੀ ਕੋਈ ਨਹੀਂ, ਸਿੰਪਲ ਜੀ ਰਿਪੋਰਟ ਹੈ। ਪਤਾ ਨਹੀਂ ਸਾਜ਼ਿਸ਼ ਕਿਵੇਂ ਹੋਈ ਕਿ ਸਾਰਾ ਕੁਝ ਹੋ ਚੱਲਿਆ ਸੀ, ਜਾਂ ਪੜ੍ਹੀ ਨਹੀਂ ਜਾਂ ਪੜ੍ਹਨ ਨਹੀਂ ਦਿੱਤੀ, ਆਈ ਡੋਨਟ ਨੋ ਕੀ ਹੋਇਆ। ਬਸ ਉਹ ਕੁਦਰਤੀ ਜਿਵੇਂ ਸੀ ਕਿ ਉਹ ਰਿਪੋਰਟ ਮੇਰੇ ਕੋਲੇ ਪਹੁੰਚ ਗਈ, ਤੇ ਮੈਂ ਜਦੋਂ ਰਿਪੋਰਟ ਪੜ੍ਹ ਕੇ ਤੇ ਮੈਂ ਹਿੱਲ ਗਿਆ ਜੀ, ਹੈ ਨਾ। ਉਹ ਤਾਂ ਟੋਟਲੀ ਪੰਜਾਬ ਦੇ ਹੱਕ ਖਤਮ ਕਰਨ ਵਾਲੀ ਗੱਲ ਸੀਗੀ। ਜਸਟ ਮੇਰੇ ਪਤਾ ਨਹੀਂ ਮੇਰੇ ਕੋਲ ਕਿਵੇਂ ਕਿਸੇ ਨੇ ਮੈਨੂੰ ਭੇਜਤੀ। ਮੈਂ ਉਹ ਅੰਗਰੇਜ਼ੀ ਦੇ ਵਿੱਚ ਸੀ 300 ਪੇਜ ਦੀ ਰਿਪੋਰਟ। ਮੈਂ ਆਪਣੇ 2-4 ਸੀਨੀਅਰਸ ਨੂੰ ਕਿਹਾ, ਮੈਂ ਕਿਹਾ ਯਾਰ ਰਿਪੋਰਟ ਪੜ੍ਹੋ, ਮੈਨੂੰ ਸ਼ੱਕੀ ਲੱਗਦੀ ਹੈ ਕਿ ਮੈਂ ਸਹੀ ਸਮਝ ਰਿਹਾ ਜੀ। ਉਹਨਾਂ ਨੇ ਪੜ੍ਹ ਕੇ ਕਿਹਾ ਇਹ ਤਾਂ ਬਹੁਤ ਖਤਰਨਾਕ ਰਿਪੋਰਟ ਹੈ। ਬਸ ਫਿਰ ਉਸ ਦਿਨ ਮੈਂ ਮੀਡੀਆ ਤੇ ਆ ਕੇ ਉਹ 'ਚ ਵੱਡੇ 2 ਖਤਰੇ ਦੱਸੋ ਕਿਹੜੇ ਕਿਹੜੇ? ਉਹਦੇ ਵਿੱਚ ਪੰਜਾਬ ਦੇ ਇਹ ਉਹ ਕਹਿੰਦੇ ਨੇ ਕਿ ਸਿੰਡੀਕੇਟ ਦਾ ਨੰਬਰ ਬਹੁਤ ਵੱਡਾ ਹੈ ਜੀ। ਹਾਂ, ਉਹ ਘਟਾਉਣਾ 93 ਨੰਬਰ ਹੈਗਾ ਤੇ ਅਸੀਂ 47 ਕਰਨਾ ਹੈ। ਅਸੀਂ ਕਹਿੰਦੇ ਕੋਈ ਗੱਲ ਨਹੀਂ, 47 ਕਰ ਦਿਓ, ਬਦਲਦੇ ਜ਼ਮਾਨੇ ਦੀ ਲੋੜ ਹੈ, ਤੁਸੀਂ ਨਾਲੇ ਖਰਚਾ ਘਟੂਗਾ, ਆਪਾਂ ਹੱਕ 'ਚ ਹਾਂ। ਲੇਕਿਨ ਇਹਦੀ ਆੜ ਦੇ ਵਿੱਚ ਕੀ ਕਰਦੇ ਆ ਕਿ ਸਾਰੇ ਰਾਈਟਸ ਪੰਜਾਬ ਇਹਦੇ ਵਿੱਚੋਂ ਹੁਣ, ਕਿਉਂਕਿ ਹੁਣ ਜਿਹੜੀ ਸੈਨੇਟ ਬਣਦੀ ਹੈ, ਤੁਹਾਨੂੰ ਸਿਸਟਮ ਪਤਾ ਹੋਣਾ, ਇਹਦੇ ਵਿੱਚੋਂ 15 ਜਿਹੜੇ ਹੈਗੇ ਗ੍ਰੈਜੂਏਟ ਕੰਸਟੀਚੁਐਂਸੀ ਪੰਜਾਬ ਦੇ ਵਿੱਚੋਂ ਲੋਕ ਚੁਣ ਕੇ ਆਉਂਦੇ ਆ, ਬਾਕੀ ਟੀਚਰ ਚੁਣ ਕੇ ਆਉਂਦੇ 8 ਪੰਜਾਬ ਦੇ। ਤਾਂ ਇਦਾਂ ਪੰਜਾਬ ਤੋਂ ਯਾਨੀ 49 ਕਿੰਨੇ ਚੁਣ ਕੇ ਆਉਂਦੇ ਨੇ? ਹਾਂ, ਕਾਫੀ ਲੋਕ ਚੁਣ ਕੇ ਆਉਂਦੇ ਨੇ। 36 ਨਾਮਜ਼ਦ 36 ਹੈ, ਤੇ ਜਿਹੜੇ 36 ਨੋਮੀਨੀ ਹੁੰਦੇ ਹੈਗੇ ਉਹ ਨੋਮੀਨੀ ਹੁੰਦੇ, ਆਰਨਾਮੈਂਟਲ ਪੋਸਟਾਂ ਹੁੰਦੀਆਂ, ਬੰਦੇ ਕਦੇ ਨਹੀਂ ਆਉਂਦੇ। ਬੇਸਿਕਲੀ ਇਹਨੂੰ ਚੁਣੇ ਹੋਏ ਲੋਕ ਯੂਨੀਵਰਸਿਟੀ ਨੂੰ ਚਲਾਉਂਦੇ ਆ, ਤੇ ਚੁਣੇ ਹੋਏ ਲੋਕ ਬਹੁਤੇ ਪੰਜਾਬ ਤੋਂ ਆਉਂਦੇ ਆ। ਉਹਨਾਂ ਨੇ ਸਾਰਾ ਸੈਟਅਪ ਨਵਾਂ ਇਸ ਤਰੀਕੇ ਨਾਲ ਬਣਾਇਆ ਕਿ ਚੁਣੇ ਹੋਏ ਲੋਕ ਖਤਮ ਕਰਤੇ, ਸਿਰਫ ਨੋਮੀਨੇਟਡ ਰਹਿ ਗਏ। ਤੇ ਨੋਮੀਨੇਟਡ ਤਾਂ ਆਪਾਂ ਜਾਣਦੇ ਹਾਂ ਚਮਚੇ ਹੀ ਹੁੰਦੇ ਆ, ਠੀਕ ਹੈ। ਨੋਮੀਨੇਟਡ ਬੰਦੇ ਤਾਂ ਹਮੇਸ਼ਾ ਚਮਚੇ ਨੂੰ ਨੋਮੀਨੇਟ ਕੀਤਾ ਜਾਂਦਾ। ਜੀ ਬਿਲਕੁਲ, ਨਾਮਜ਼ਦ ਤਾਂ ਉਹੀ ਹੋਣਗੇ। ਹਾਂ, ਨਾਮੀਨੇਟ ਉਹੀ ਕੀਤਾ ਜਾਂਦਾ, ਤੇ ਬਸ ਉਹਨਾਂ ਨੇ ਚਮਚੇ ਭਰਤੇ। ਯਾਨੀ ਕਿ ਤੁਸੀਂ ਜਿਹੜੀ ਰਿਪੋਰਟ ਪੜ੍ਹੀ ਵਿੱਚ ਇੱਕ ਗੱਲ ਸੀਗੀ ਕਿ ਅਸਿੱਧੇ ਤਰੀਕੇ ਨਾਲ ਸਰਕਾਰ ਆਪਦੇ ਹੱਥ 'ਚ ਲੈਣਾ ਚਾਹੁੰਦੀ ਸੀ ਕਿ ਵੀ ਸਾਡੇ ਬੰਦੇ ਹੀ ਚਲਾਉਣ। ਬਸ ਬਿਲਕੁਲ, ਪੰਜਾਬ ਨੂੰ ਬਿਲਕੁਲ ਦਰਕਰਾਰ। ਹਾਂ, ਪੰਜਾਬ ਦਾ ਕੱਖ ਨਹੀਂ ਸੀ ਬਚਣਾ ਉਸ ਰਿਪੋਰਟ ਦੇ ਮੁਤਾਬਕ। ਪੰਜਾਬ ਦੇ ਕੋਲੇ ਇੰਨਾ ਅਧਿਕਾਰ ਵੀ ਨਹੀਂ ਸੀ ਕਿ ਉਹ ਇਸ ਨੂੰ ਕਹਿ ਦਿੰਦਾ ਯਾਰ ਮੈਨੂੰ ਅੰਦਰ ਹਾਲ ਹੈ। ਅੱਛਾ, ਜੇ ਹੁਣ ਚੋਣ ਹੋ ਜਾਂਦੀ ਹੈ ਫਿਰ ਠੀਕ ਹੈ। ਹਾਂ, ਫਿਰ ਹਾਈ ਕੋਰਟ ਅਦਾਲਤ ਦੇ ਵਿੱਚ ਹੈਗਾ। ਹਾਈ ਕੋਰਟ ਨੇ 16 ਤਰੀਕ ਤਾਂ ਦਿੱਤੀ ਹੈ, ਲਾਸਟ ਕੇ 16 ਤਰੀਕ ਸ਼ਡਿਊਲ ਦੇਣ ਨੂੰ ਕਿਹਾ। ਹਾਂ, ਸ਼ਡਿਊਲ ਦੇਣ ਨੂੰ ਕਿਹਾ, ਔਰ ਮਾਨਯੋਗ ਹਾਈ ਕੋਰਟ ਤੋਂ ਭਰੋਸਾ ਕੀਤਾ ਜਾਂਦਾ ਹੈ ਕਿ ਉਹ ਸੈਨੇਟ ਬਚਾਉਣ ਦੀ ਕੋਸ਼ਿਸ਼ ਕਰੂਗੀ। ਇੱਕ ਯੂਨੀਕ ਖਾਸਾ ਹੈ ਪੰਜਾਬ ਯੂਨੀਵਰਸਿਟੀ ਦਾ, ਔਰ ਇਸੇ ਖਾਸੇ ਦੇ ਦਮ ਤੇ ਪੰਜਾਬ ਯੂਨੀਵਰਸਿਟੀ ਦੇਸ਼ ਦੀ ਦੁਨੀਆ ਦੀ ਵਧੀਆ ਯੂਨੀਵਰਸਿਟੀ ਰਹੀ ਹੈ। ਇਹ ਤਾਂ ਪਿਛਲੇ 3-4 ਸਾਲ ਤੋਂ ਜਦੋਂ ਪੋਲੀਟੀਕਲ ਹੋ ਗਿਆ ਸਾਰਾ ਸਿਸਟਮ, ਇਹਦੀ ਰੈਂਕਿੰਗ ਡਿੱਗੀ ਹੈ। ਵਰਨਾ ਤੁਸੀਂ ਜਾਣਦੇ ਹੋ ਪੰਜਾਬ ਯੂਨੀਵਰਸਿਟੀ ਦਾ ਤਾਂ ਦੁਨੀਆ ਦੇ ਵਿੱਚ ਵੱਡਾ ਨਾਮ ਸੀਗਾ। ਹੁਣ ਤੱਕ ਵੀ ਪੰਜਾਬ ਯੂਨੀਵਰਸਿਟੀ ਕਿਸੇ ਵੇਲੇ ਤਾਂ ਟੌਪ 10 100 ਦੇ ਵਿੱਚ, ਦੁਨੀਆ ਦੀਆਂ 100 ਯੂਨੀਵਰਸਿਟੀਆਂ ਵਿੱਚ ਆਉਂਦੀ ਹੈ। ਜਦੋਂ ਤੱਕ ਸਾਡੇ ਪਿਛਲੇ ਵਾਈਸ ਚਾਂਸਲਰ ਜਾਂ ਉਦੋਂ ਪਹਿਲਾਂ ਸੀਗੇ, ਤਾਂ ਹੁਣ ਹੀ ਥੋੜਾ ਜਿਹਾ ਪੋਲੀਟੀਕਲ এনवायरमेंट ਹੋ ਗਿਆ, ਪੜ੍ਹਾਈ ਵੱਲੋਂ ਧਿਆਨ ਹਟ ਗਿਆ। ਅਦਰਵਾਈਜ਼ ਦਿਸ ਇਜ਼ ਵਨ ਆਫ ਦੀ ਬੈਸਟ ਯੂਨੀਵਰਸਿਟੀਜ਼ ਆਫ ਇੰਡੀਆ, ਔਰ ਹਾਲੇ ਵੀ ਇਹਦੇ ਵਿੱਚ ਬੜਾ ਪੋਟੈਂਸ਼ੀਅਲ। ਇੱਕ ਆਖਰੀ ਲਾਈਨ ਤੇ ਇੱਕ ਲਾਈਨ 'ਚ ਦੱਸਣਾ, ਤੁਸੀਂ ਪੰਜਾਬ ਸਰਕਾਰ ਕਿਤੇ ਆਪਦੇ ਹੱਕਾਂ ਨੂੰ ਖੁਦ ਅਣਗੌਲਿਆ ਨਹੀਂ ਕਰ ਰਹੀ ਇਹਦੇ 'ਚ? ਮੈਨੂੰ ਅੱਜ ਆਉਣ ਲੱਗਿਆ ਪੰਜਾਬ ਸਰਕਾਰ ਦੇ ਕਿਸੇ ਹਿਤੈਸ਼ੀ ਦਾ ਫੋਨ ਆਇਆ ਕਿ ਪੰਜਾਬ ਸਰਕਾਰ ਨੇ ਬੇਧਿਆਨੇ ਦੇ ਵਿੱਚ ਉਹਨਾਂ ਕੋਲੋਂ ਸਾਈਨ ਕਰਵਾ ਲਏ ਗਏ, ਲੇਕਿਨ ਹੁਣ ਸਰਕਾਰ ਬਿਲਕੁਲ ਸਟੈਂਡ ਤੇ ਹੈ। ਉਹਨਾਂ ਨੇ 1-2-3 ਬੰਦੇ ਦੀ ਡਿਊਟੀ ਲਾਈ ਹੈਗੀ, ਤੇ ਉਹ ਕੈਪਟਨ ਸਾਹਿਬ ਕਹਿੰਦੇ ਅਸੀਂ ਇਹ ਰੱਦ ਕਰ ਦਾਂਗੇ ਰਿਪੋਰਟ ਨੂੰ। ਮੈਨੂੰ ਸੁਣਨ 'ਚ ਮਿਲਿਆ, ਮੈਨੂੰ ਹਜੇ ਕਨਫਰਮ ਨਹੀਂ ਹੈ। ਯਾਨੀ ਪੰਜਾਬ ਸਰਕਾਰ ਵੀ ਜਾਗ ਪਈ ਮੇਰੇ ਸਾਹ। ਹਾਂ, ਮੈਂ ਤੁਹਾਨੂੰ ਜਿਹੜੀ ਮੈਨੂੰ ਹੁਣੇ ਹੀ ਕਿਸੇ ਦਾ ਫੋਨ ਆਇਆ, ਤੇ ਮੈਂ ਤੁਹਾਡੇ ਨਾਲ ਰਿਪੋਰਟ ਸਭ ਤੋਂ ਪਹਿਲਾਂ ਤੁਹਾਡੇ ਨਾਲ ਨਿਊਜ਼ ਸ਼ੇਅਰ ਕਰ ਰਿਹਾ ਕਿ ਮਾਨਯੋਗ ਕੈਪਟਨ ਸਾਹਿਬ ਨੇ ਕਿਹਾ ਕਿ ਨਹੀਂ, ਇਹ ਜੋ ਕੁਝ ਵੀ ਹੈਗਾ ਸਹੀ ਨਹੀਂ ਹੈਗਾ, ਅਸੀਂ ਇਹਨੂੰ ਸਹੀ ਕਰਾਂਗੇ। ਇਹ ਸਨ ਸਰਦਾਰ ਪਾਲੀ ਭੁਪਿੰਦਰ ਸਿੰਘ ਜੀ, ਜੋ ਬੁਨਿਆਦੀ ਖੇਤਰ ਦੇ ਮਾਹਿਰ ਤੇ ਹੱਕਾਂ ਦੀ ਲੜਾਈ ਦੇ ਖੇਤਰ ਦੇ ਵੀ ਮਾਹਰ ਕਹੇ ਜਾ ਸਕਦੇ ਨੇ, ਕਿਉਂਕਿ ਪਹਿਲਾਂ ਇਹ ਸ਼ਬਦਾਂ ਰਾਹੀਂ ਲੋਕਾਂ ਨੂੰ ਜਾਗਰੂਕ ਕਰਦੇ, ਹੁਣ ਆਪ ਅੱਗੇ ਲੱਗ ਕੇ ਜਾਗਰੂਕ ਕਰਨਗੇ, ਕਿਉਂਕਿ ਇਹਨਾਂ ਨੇ ਸੋਚਿਆ ਕਿ ਜਿਹੜੀ ਮੇਰੇ ਨਾਲ ਗੱਲ ਹੋਈ ਹੈ ਹੋਰਾਂ ਨਾਲ ਵੀ ਬਹੁਤ ਹੁੰਦੀ ਹੋਣੀ ਹੈ। ਪਰ ਇੱਕ ਵੱਡੀ ਗੱਲ ਇਹਨਾਂ ਨੇ ਦੱਸੀ ਹੈ ਕਿ ਸਾਡੇ ਚੈਨਲ 'ਤੇ ਸ਼ੇਅਰ ਕੀਤੀ ਹੈ ਕਿ ਪੰਜਾਬ ਸਰਕਾਰ ਵੀ ਜਾਗ ਪਈ। ਪੰਜਾਬ ਸਰਕਾਰ ਪਹਿਲਾਂ ਸੌਂਗੀ ਸੀ, ਜਿਹੜੀ ਰਿਪੋਰਟ ਬਣੀ ਸੀਗੀ, ਰਿਪੋਰਟ ਦੇ ਵਿੱਚ ਬੇਧਿਆਨਾਂ ਨਾਲ ਸਾਈਨ ਕਰ ਦਿੱਤੇ ਸੀ। ਜੇ ਸਰਕਾਰ ਜਾਗ ਪਈ ਦਾ ਮਤਲਬ ਪੰਜਾਬ ਵੀ ਜਾਗਣ, ਪੰਜਾਬ ਜਗਾਉਣ 'ਚ ਕਾਮਯਾਬ ਹੋ ਗਿਆ ਸਰਕਾਰ ਨੂੰ, ਜਾਂ ਇਹਨਾਂ ਦਾ ਗਰੁੱਪ ਜਾਂ ਉਹ ਮਸਲੇ ਜਦੋਂ ਇੱਕ ਹੱਦ ਤੱਕ ਵੱਧ ਜਾਂਦੇ ਆ ਜਾਗਣ ਲਈ ਮਜਬੂਰ ਕਰ ਦਿੰਦੇ ਨੇ। ਇਹਨਾਂ ਵੱਲੋਂ ਜਿਹੜਾ ਮਤਭੇਦ ਇੱਕ ਚਲਾਏ ਜਾ ਰਹੇ, ਅਸਿੱਧੇ ਰੂਪ 'ਚ ਚਲਾਏ ਰਹੇ ਜੇ ਏਜੰਡੇ ਤਹਿਤ ਸ਼ੁਰੂ ਤੋਂ ਲੈ ਕੇ ਹੁਣ ਤੱਕ ਹੱਦ ਤੱਕ ਪਹੁੰਚ ਗਿਆ, ਸੈਨੇਟ ਦੀ ਚੋਣ ਤੱਕ ਪਹੁੰਚ ਗਿਆ, ਕੁਛ ਸਾਰੀਆਂ ਸੀਟਾਂ ਨਾਮਜ਼ਦ ਕਰਨ ਤੱਕ ਪਹੁੰਚ ਗਿਆ, ਉਹਦੇ ਵਿੱਚ ਹਿੱਸਾ ਮਤਭੇਦ ਯਾਨੀ ਤਰੱਕੀਆਂ ਦੀ ਗੱਲ ਹੋ ਸਕਦੀ ਹੈ, ਪੰਜਾਬੀਆਂ ਦੇ ਹੱਕਾਂ ਦੀ ਗੱਲ ਹੋ ਸਕਦੀ ਹੈ, ਉਹ ਜਾਗ ਪਿਆ। ਹੁਣ ਲੱਗ ਰਿਹਾ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਪੰਜਾਬ ਦੇ ਬਸ਼ਿੰਦੇ ਤੇ ਪੰਜਾਬੀ ਹਿਤੈਸ਼ੀ ਇਕੱਠੇ ਹੋ ਕੇ ਇਸ ਹੱਕ ਨੂੰ ਲੈ ਹੀ ਲੈਣਗੇ, ਕਿਉਂਕਿ ਅਦਾਲਤ ਤੱਕ ਤਾਂ ਸੈਨੇਟ ਚੋਣ ਤੱਕ ਦਾ ਮਸਲਾ ਪਹੁੰਚ ਗਿਆ, ਉੱਥੋਂ 16 ਤੱਕ ਸ਼ਡਿਊਲ ਦੇ ਦਿੱਤਾ, ਇਹਨਾਂ ਨੇ 18 ਤੱਕ ਅਲਟੀਮੇਟ ਦਿੱਤਾ, ਤੇ SGPC ਤੇ ਹੋਰ
ਜਿਹੜੀ ਪੰਜਾਬ ਦੇ ਸਿੱਖਾਂ ਦੀ ਜਥੇਬੰਦੀਆਂ ਰਿਪਰੈਜ਼ੈਂਟ ਕਰਦੀਆਂ ਉਹਨਾਂ ਦਾ ਦਖਲ ਵੀ ਸੁਣਨ ਨੂੰ ਮਿਲ ਰਿਹਾ ਹੈ ਤੇ ਹੋ ਸਕਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਯੂਨੀਵਰਸਿਟੀ ਪਹਿਲਾਂ ਵਾਲੇ ਰੁੱਖ ਦੇ ਵਿੱਚ ਫੇਰ ਆ ਜਾਏਗੀ, ਜਿਹੜੇ ਕਿ ਨੁਕਤੇ ਵਰਤ ਕੇ ਕੇਂਦਰ ਸਰਕਾਰ ਇਸ ਨੂੰ ਆਪਣੇ ਪ੍ਰਭਾਵ ਹੇਠ ਲੈਣਾ ਚਾਹੁੰਦੀ ਹੈ ਜਾਂ ਆਪਣੇ ਚਹੇਤਿਆਂ ਜਾਂ ਆਪਣੇ ਹਿਸਾਬ ਨਾਲ ਯਾਨੀ ਕਿ ਮਨਮਰਜ਼ੀ ਨਾਲ ਚਲਾਉਣ ਦੇ ਖਿੱਤੇ ਵਿੱਚ ਇੱਕ ਬਹੁਤ ਵੱਡਾ ਠਹਿਰਾਵ ਆਉਣ ਦੀ ਸੰਭਾਵਨਾ ਤੇ ਹੱਕਾਂ ਨੂੰ ਰੱਖਾਂ ਦੇ ਵਿੱਚ ਰੱਖ ਕੇ ਇਹ ਯਾਨੀ ਕਿ ਗਿਆਨ ਦੇ ਮੰਦਰ ਦੇ ਤੌਰ 'ਤੇ ਫਿਰ ਸਾਹਮਣੇ ਆਏਗੀ। ਸਾਰੇ ਸਵਾਲ ਹਟ ਜਾਣਗੇ। ਅਸੀਂ ਐਸੇ ਹੋਪ ਤੇ ਅਸੀਂ ਉਮੀਦ ਵਾਲੇ ਮਸਲੇ ਦਰਸ਼ਕਾਂ ਤੱਕ ਸਾਂਝੇ ਕਰਦੇ ਰਹਿੰਦੇ ਹਾਂ। ਜੇ ਸਾਡੀ ਕੋਸ਼ਿਸ਼ ਦਰਸ਼ਕਾਂ ਨੂੰ ਅੱਛੀ ਲੱਗਦੀ ਹੈ ਤਾਂ ਸਾਡੇ ਪ੍ਰੋਗਰਾਮ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਦਿਆ ਕਰਨ ਤੇ ਜੇ ਪਰ ਹਰ ਪ੍ਰੋਗਰਾਮ ਦੀ ਇੱਕ ਨੋਟੀਫਿਕੇਸ਼ਨ ਚਾਹੁੰਦੇ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਦਿਆ ਕਰਨ। ਲਗਾਤਾਰ ਦੇਖਦੇ ਰਹਿਣ ਸਕਾਈ ਨਿਊਜ਼ ਪੰਜਾਬ।